ਵਿੱਚ ਨਹੀਂ, ਬਲਕਿ ਪਰਮੇਸ਼ਵਰ ਦੀ ਆਤਮਾ ਦੇ ਵਿੱਚ ਸਾਡਾ ਭਰੋਸਾ ਅਤੇ ਸਾਡਾ ਯਕੀਨ ਹੋਣਾ ਚਾਹੀਦਾ। ਸੰਤ ਜੀ ਕਹਿੰਦਾ ਮੈਂ ਕੰਮ ਦੇ ਵਿੱਚ ਸੀ, ਸੰਤ ਕਹਿੰਦਾ ਕਿ ਮੈਂ ਡਰ ਦੇ ਵਿੱਚ ਸੀਗਾ, ਸੰਤ ਕਹਿੰਦਾ ਮੈਂ ਦੁਰਬਲਤਾ, ਉਹਦਾ ਮਤਲਬ ਮੈਂ ਕਮਜ਼ੋਰੀ ਦੇ ਵਿੱਚ ਤੁਹਾਡੇ ਵਿੱਚ ਰਿਹਾ, ਮੈਂ ਉੱਥੇ ਸੀਗਾ। ਪਰ ਕਹਿੰਦਾ ਚਾਹੇ ਮੈਂ ਡਰ ਦੇ ਵਿੱਚ ਵੀ ਸੀਗਾ, ਕਮਜ਼ੋਰੀ ਦੇ ਵਿੱਚ ਵੀ ਸੀਗਾ, ਪਰ ਇਹ ਚੀਜ਼ਾਂ ਰੋਕ ਨਹੀਂ ਸਕੀਆਂ ਮੈਨੂੰ ਪਰਮੇਸ਼ਵਰ ਦਾ ਪ੍ਰਚਾਰ ਕਰਨ ਤੋਂ। ਇਹ ਚੀਜ਼ਾਂ ਰੋਕ ਨਹੀਂ ਸਕੀਆਂ ਮੈਨੂੰ ਲੋਕਾਂ ਨੂੰ ਜੀਸਸ ਬਾਰੇ ਦੱਸਣ ਦਾ, ਕਿਉਂਕਿ ਸੰਤ ਜੀ ਨੇ ਮਨ 'ਚ ਠਾਣ ਲਿਆ ਕਿ ਚਾਹੇ ਉਹ ਕਮਜ਼ੋਰ ਆ, ਚਾਹੇ ਉਹ ਡਰ ਦੇ ਵਿੱਚ ਆ, ਚਾਹੇ ਉਹ ਕੰਮ ਦਾ ਵੀ ਉਹਨਾਂ ਦੇ ਵਿੱਚ, ਪਰ ਜਿਹੜਾ ਕੰਮ ਰੱਬ ਨੇ ਉਹਨੂੰ ਚੁਣਿਆ ਉਹ ਜ਼ਰੂਰ ਕਰੋ ਕਿ ਕਰਿੰਥ ਦੇ ਲੋਕਾਂ ਨੂੰ ਉਹ ਜੀਸਸ ਦੀ ਕਥਾ ਸੁਣਾਓ ਅਤੇ ਦੱਸੋ ਕਿ ਉਹ ਕਿਸ ਤਰ੍ਹਾਂ ਮੁਕਤੀ ਪ੍ਰਾਪਤ ਕਰ ਸਕਦੇ ਹਨ। ਕਿਉਂਕਿ ਪਰਮੇਸ਼ਵਰ ਚਾਹੁੰਦਾ ਹਰ ਸ਼ਖਸ, ਹਰੇਕ ਇਨਸਾਨ ਬਚਾਇਆ ਜਾਵੇ। ਤਾਂ ਸਾਡਾ ਕੰਮ ਆ ਕਿ ਲੋਕਾਂ ਨੂੰ ਜੀਸਸ ਬਾਰੇ ਦੱਸਣਾ। ਚਾਹੇ ਸਾਡੇ ਅੰਦਰ ਕਮਜ਼ੋਰੀ, ਕਈ ਵਾਰੀ ਕਮਜ਼ੋਰੀ ਆਉਂਦੀ, ਮੈਨੂੰ ਨਹੀਂ ਪਤਾ ਮੈਂ ਕੀ ਕਹੂੰਗਾ, ਮੈਨੂੰ ਨਹੀਂ ਪਤਾ ਲੋਕਾਂ ਨੂੰ ਮੈਂ ਕੀ ਦੱਸੂੰਗਾ ਜੀਸਸ ਬਾਰੇ। ਕਈ ਵਾਰੀ ਅਸੀਂ ਡਰਦੇ ਹਾਂ, ਜੇ ਮੇਰੇ ਮੂੰਹ ਚੋਂ ਕੋਈ ਸ਼ਬਦ ਨਹੀਂ ਨਿਕਲਿਆ ਮੇਰੀ ਬੇਇੱਜ਼ਤੀ ਹੋਊਗੀ, ਅਗਰ ਮੈਂ ਮੂੰਹ ਖੋਲਿਆ ਜੀਸਸ ਬਾਰੇ ਕੋਈ ਬੋਲ ਨਿਕਲਿਆ ਨਹੀਂ ਤਾਂ ਮੇਰੀ ਬੇਇੱਜ਼ਤੀ ਹੋਊਗੀ। ਕਈ ਵਾਰੀ ਅਸੀਂ ਡਰ 'ਚ ਕੰਮ ਵਿੱਚ ਹੁੰਦੇ ਹਾਂ ਕਿ ਜਦੋਂ ਅਸੀਂ ਪ੍ਰਚਾਰ ਵੀ ਕਰਦੇ ਅਸੀਂ ਵੀ ਡਰ ਕੰਮ, ਇਹ ਨਹੀਂ ਪਤਾ ਕਿ ਰੱਬ ਨੇ ਕੀ ਕਹਿਣਾ ਜਾਂ ਕੀ ਨਹੀਂ ਕਹਿਣਾ। ਪਰ ਇੰਨਾ ਜ਼ਰੂਰੀ ਹੈ ਕਿ ਅਸੀਂ ਚਾਹੇ ਕਮਜ਼ੋਰੀ 'ਚ ਆ, ਡਰ ਦੇ ਵਿੱਚ ਆ, ਪਰ ਜੇ ਅਸੀਂ ਉਹਦੇ ਲਈ ਖੜੇ ਰਹੀਏ ਤਾਂ ਰੱਬ ਸਾਡੀ ਕਮਜ਼ੋਰੀ ਦੇ ਰਾਹੀਂ ਕੰਮ ਕਰੂਗਾ, ਕਿਉਂਕਿ ਅਸੀਂ ਕਮਜ਼ੋਰ ਆ ਪਰ ਉਹ ਤਾਕਤਵਰ ਆ। ਪਰਮੇਸ਼ਵਰ ਆਪਣੇ ਪੈਗੰਬਰਾਂ ਦੇ ਰਾਹੀਂ ਕਹਿੰਦਾ ਕਮਜ਼ੋਰ ਇਹ ਨਾ ਕਹਿਣ ਕਿ ਉਹ ਕਮਜ਼ੋਰ ਆ, ਕਿਉਂਕਿ ਪਰਮੇਸ਼ਵਰ ਉਹਨਾਂ ਦੀ ਤਾਕਤ ਆ। ਤਾਂ ਸੰਤ ਜੀ ਨੂੰ ਕਾਫੀ ਤਜਰਬਾ ਸੀ ਕਿ ਕਈ ਵਾਰੀ ਜਦੋਂ ਕਮਜ਼ੋਰ ਸੀਗੇ, ਡਰ ਦੇ ਵਿੱਚ ਸੀਗੇ, ਫਿਰ ਵੀ ਜਿਹੜੀ ਪਰਮੇਸ਼ਵਰ ਦਾ ਪ੍ਰਚਾਰ ਕੀਤਾ, ਉਹਨੂੰ ਤਜਰਬਾ ਸੀ ਕਿ ਕਮਜ਼ੋਰੀ ਦੇ ਵਿੱਚ ਵੀ ਰੱਬ ਬੋਲੂਗਾ, ਉਹਦੇ ਡਰ ਦੇ ਵਿੱਚ ਵੀ ਰੱਬ ਉਹਦੇ ਰਾਹੀਂ ਬੋਲੂਗਾ, ਕਿਉਂਕਿ ਸ਼ਕਤੀ ਬੰਦੇ ਦੀ ਨਹੀਂ, ਸ਼ਕਤੀ ਪਰਮੇਸ਼ਵਰ। ਸੰਤ ਕਹਿੰਦੇ ਕਿ ਜਦੋਂ ਮੈਂ ਤੁਹਾਡੇ ਵਿੱਚ ਸੀ ਮੈਂ ਦੁਰਬਲਤਾ ਆਈ, ਉਹਦਾ ਮਤਲਬ ਕਮਜ਼ੋਰੀ ਵਿੱਚ, ਡਰ ਦੇ ਵਿੱਚ, ਬੜੇ ਕਾਂਬੇ ਦੇ ਵਿੱਚ ਸੀ, ਪਰ ਰੱਬ ਸਾਨੂੰ ਕਦੇ ਸ਼ਰਮਿੰਦੇ ਨਹੀਂ ਹੋਣ ਦਊਗਾ। ਉਹਦੀ ਆਤਮਾ ਜ਼ਰੂਰ ਸਾਡੇ ਰਾਹੀਂ ਬੋਲੂਗੀ। ਚੌਥੀ ਐਤ, ਅਤੇ ਮੇਰਾ ਬਚਨ, ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ, ਸਗੋਂ ਆਤਮਾ ਸਮਰੱਥਾ ਦੇ ਪ੍ਰਮਾਣ ਨਾਲ ਸੀ। ਮੇਰਾ ਪ੍ਰਚਾਰ ਦੇਖੋ ਖਾਸ ਗੱਲਾਂ ਵਿੱਚ ਨਹੀਂ ਸੀ, ਡੂੰਘੀਆਂ ਗੱਲਾਂ, ਡੂੰਘੇ ਸ਼ਬਦਾਂ ਦੇ ਵਿੱਚ ਨਹੀਂ ਸੀ, ਬਲਕਿ ਕਿੱਥੇ ਸੀ ਕਿ ਜਦ ਜੋ ਸਾਡਾ ਪ੍ਰਚਾਰ ਸੀ ਉਹ ਇਨਸਾਨ ਦੇ ਗਿਆਨ ਦੇ ਉੱਤੇ ਨਿਰਭਰ ਨਹੀਂ ਸੀ, ਡੂੰਘੇ ਸ਼ਬਦਾਂ ਦੇ ਵਿੱਚ ਉੱਤੇ ਨਿਰਭਰ ਨਹੀਂ ਸੀ, ਬਲਕਿ ਜੋ ਸਾਡਾ ਪ੍ਰਚਾਰ ਸੀ, ਜੋ ਗੱਲਾਂ ਸੀ ਕਹੀਆਂ ਉਹ ਆਤਮਾ ਵੱਲੋਂ ਸੀ ਅਤੇ ਪਰਮੇਸ਼ਵਰ ਦੀ ਤਾਕਤ ਦੇ ਨਾਲ ਭਰੀਆਂ ਹੋਈਆਂ। ਕਿਉਂਕਿ ਜਿਹੜੀ ਤਾਕਤ ਹੈ ਸ਼ਬਦਾਂ ਵਿੱਚ ਨਹੀਂ, ਉਹਦੀ ਆਤਮਾ ਦੇ ਵਿੱਚ ਹੈ, ਅਤੇ ਸ਼ਕਤੀ ਪਰਮੇਸ਼ਵਰ ਦੀ ਆ ਕਿ ਜਿਹੜਾ ਪ੍ਰਚਾਰ ਆ ਉਹਦੇ ਵਿੱਚ ਸ਼ਕਤੀ ਆ। ਕਾਹਦੀ ਸ਼ਕਤੀ? ਉਹਦੇ ਵਿੱਚ ਸ਼ਕਤੀ ਆ ਇਨਸਾਨ ਨੂੰ ਬਦਲਾਉਣ ਦੇ ਲਈ। ਜੀਸਸ ਦੇ ਪ੍ਰਚਾਰ ਦੇ ਵਿੱਚ ਸ਼ਕਤੀ ਆ ਇਨਸਾਨ ਦੀਆਂ ਜ਼ਿੰਦਗੀਆਂ ਨੂੰ ਬਦਲਾਉਣ ਲਈ। ਅੱਜ ਵੀ ਹਜ਼ਾਰਾਂ ਦੇ ਹਜ਼ਾਰਾਂ ਹੀ ਲੋਕੀ ਦੁਨੀਆ ਦੇ ਵਿੱਚ ਤੁਹਾਨੂੰ ਗਵਾਹੀ ਦੇਣਗੇ ਕਿ ਜਦੋਂ ਵੀ ਜੀਸਸ ਦਾ ਪ੍ਰਚਾਰ ਸੁਣਿਆ, ਮੰਨਿਆ ਕਿ ਉਹ ਪਰਮੇਸ਼ਵਰ ਦਾ ਬੇਟਾ, ਜਦੋਂ ਲੋਕਾਂ ਨੇ ਆਪਣੀ ਜ਼ਿੰਦਗੀ ਇਸ ਪਰਮੇਸ਼ਵਰ ਨੂੰ ਦਿੱਤੀ, ਉਹਨਾਂ ਦੀ ਜ਼ਿੰਦਗੀ ਬਦਲ ਗਈ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਬਦਲਾਵ ਆਇਆ। ਕਿਉਂਕਿ ਜਿਹੜਾ ਜੀਸਸ ਦਾ ਪ੍ਰਚਾਰ ਉਹ ਸਿਰਫ ਲਫ਼ਜ਼ ਨਹੀਂ, ਉਹ ਸ਼ਕਤੀ ਆ। ਅਗਰ ਉਸ ਬਚਨਾਂ ਤੇ ਆਦਮੀ ਚੱਲੇ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਤਬਦੀਲੀਆਂ ਜ਼ਰੂਰ ਆਣਗੀਆਂ। ਪਰਮੇਸ਼ਵਰ ਕਹਿੰਦਾ ਦੇਖੋ ਮੈਂ ਸਾਰੀਆਂ ਚੀਜ਼ਾਂ ਨਵੀਆਂ ਬਣਾ ਰਿਹਾ ਹਾਂ। ਇੱਥੇ ਅਸੀਂ ਦੇਖਦੇ ਕਿ ਸੰਤ ਜੀ ਕਹਿੰਦੇ ਕਿ ਜਿਹੜਾ ਪ੍ਰਚਾਰ ਆ ਉਹ ਰੱਬ ਦੀ ਆਤਮਾ 'ਚ, ਸ਼ਬਦਾਂ ਦੇ ਵਿੱਚ ਨਹੀਂ, ਕਿ ਉਹਦੀ ਆਤਮਾ ਤੁਹਾਡੇ ਨਾਲ ਕੰਮ ਕਰੇ। ਜਦੋਂ ਤੁਸੀਂ ਬੋਲੋ ਆਤਮਾ, ਉਹ ਲਫ਼ਜ਼ ਆਤਮਾ ਵੱਲੋਂ ਆਏ ਹੋਣ, ਅਤੇ ਜਦੋਂ ਆਤਮਾ ਬੋਲਦਾ ਇਨਸਾਨ ਦੇ ਦਿਲਾਂ ਤੱਕ ਉਹ ਸ਼ਬਦ ਪਹੁੰਚਦਾ ਹੈ। ਕਿਉਂਕਿ ਤਾਕਤ ਚੀਜ਼ਾਂ ਵਿੱਚ ਨਹੀਂ, ਪਰਮੇਸ਼ਵਰ ਵਿੱਚ ਹੈ। ਡੇਵਿਡ ਦੇ ਟਾਈਮ ਤੇ ਸੌਲ ਰਾਜਾ
जो कि परमेश्वर दे बेमुख सी, डेविड नूं मारना चाहता सी। तो बाइबल दसदी कि शैतान सौल नूं तंग करता सी अते रब ने उस शैतान नूं आण दिता ताकि वह सौल नूं तंग करे। सौल ने कहा कोई मैनू चुन के दियो जिहड़ा बरबत बजा सके, ताकि जिस बोझ डिप्रैशन राही मैं जा रहा मैं कुछ आराम या सुख मिले। डेविड के टाइम दे विच हजारां ही लोकी सीगे इजराइल दे विच जिहड़े बरबत बजा सकते सीगे, बल्कि ओदे मोरे दरखास्त दी किसी ने कि कहेगा जो बहुत चंगा बरबत बजा सकदा वो हैगा डेविड। दाऊद या डेविड नूं बुलाया गया तो बाइबल दसदी कि जदों बरबत बजानी तो शैतान सौल नूं छड्ड के चले जांदा सी। काहदे लई? बरबत की आवाज दे नाल नहीं, बल्कि रब की आत्मा जो डेविड दे नाल सी कि जदों साज दियां सुरां छेड़दा सीगा उन्हां सुरां दे विच रब सी। ਉਹ बरबत की आवाज दे विच रब सी। बजाण वाले हजारां ही बजांदे सी बरबत, पर कोई फर्क नहीं पैंदा, सिर्फ डेविड की बरबत सी कि जदों बजदी सी तो शैतान सौल नूं छड्ड के जांदा सी। क्यों? ताकत बरबत दे विच नहीं सी, ताकत सी परमेश्वर की आत्मा च, आत्मा जेड़ी के डेविड दे नाल सी। तो संत जी ओही कहंदे कि साडा भरोसा शब्दां विच नहीं होना चाहिए, बल्कि परमेश्वर की ताकत। तुसीं जिन्ना मर्जी सोना प्रचार करो, पर अगर थोड़े बचनों के पिछे उसकी आत्मा काम नहीं करती तो बचना का किसी उत्ते इन्ना असर नहीं पाऊ। पर जे रब की आत्मा उत्थे काम करती आ तो जो तुसीं बोलोगे लोगों के दिलों नूं वो शब्द लगणगे, क्योंकि उस शब्दों के पिछे उहदी आत्मा है। संत जी कहंदा डूंगे लफ्ज़ां दे विच गल्लां दे विच यकीन ना रखो, बल्कि उहदी आत्मा दे विच। आत्मा ते समर्था ताकत कि जिहड़ी रब की खुशखबरी इहदे विच बहुत बड़ी ताकत है। जीसस का प्रचार कि वह आया जगत विच मरिया जींदा होया, यह प्रचार बहुत ज्यादा ताकतवर है। इहदे विच बहुत ज्यादा शक्ति है। सिर्फ इंसान दे दिलों नूं नहीं बदलांदा, बल्कि लोकां नूं मुक्ति दिंदा। जिहड़े रब दे दूर या लागे लैके आउंदा, पापां नूं बख्शदा ते माफ करदा। यह प्रचार शक्ति आ, ਇਹਦੇ ਵਿੱਚ बहुत बड़ी शक्ति आ। होर किसी की कथा च कोई शक्ति नहीं, जिहदी जीसस की कथा दे विच शक्ति। अगर आदमी ओनू मन्ने। संत जी कहा कहंदे पंजवीं ऐत तां जो तुहाडा विश्वास मनुखा की बुद्धि उत्ते नहीं किथे होए, सगों परमेश्वर की समर्था। कि तुहाडा यकीन आदमी उहदे विच नहीं होना चाहिए, आदमी के ज्ञान दे विच नहीं होना चाहिए, बल्कि किथे होना चाहिए? परमेश्वर की ताकत दे विच, बंदे दे विच नहीं। ये कई बार असीं आदमी वाल देखते, लोकां वाल देखते, पर जीसस वाल नहीं। असीं देखते हो प्रचारकों को हजारां ही आउंदे हो सच्चा होना, ਉਹਦੇ प्रचारक करोड़ा ही आउंदे, लखा ही आउंदे, ਉਹ सच्चा होना। असीं यकीन रखते बंदे च, पर ਉਹ ਕਹਿੰਦਾ ਲੋਕਾਂ ਵਿੱਚ नहीं बल्कि परमेश्वर दे विच। कि तुसीं आदमी वाल देखते हैं कि जीसस वाल देखते हैं। की कहता थोड़ा विश्वास मनुखा की बुद्धि उत्ते, आदमी की सोच उत्ते नहीं, आदमी के ज्ञान उत्ते नहीं होना चाहिए। दुनिया के विच कई झूठे ज्ञान है। सारे नालों बड़ा ज्ञान जो दुनिया च इस वेले फैल रहा है साइंसदानों का ज्ञान कि रब है नहीं। उन्होंने ज्ञान है कि बंदा बंदर तो आया, उन्होंने ज्ञान है कि बंदा भी एक जानवर है क्योंकि जानवर तो आया। संत जी कहते कि थोड़ा विश्वास मनुखा की बुद्ध उत्ते नहीं होना चाहिए, ना साइंस विच जिहड़ी कि साबित नहीं कर सकते, ना उन्हां चीज़ां विच जिहड़ियां चीज़ां रब नूं बाहर कढदियां। दुनिया वाल देखो कि साडी दुनिया का एक तरह सत्यानाश हो गया। आजकल ब्याह नहीं रहिंदे, तकरीबन सारे ब्याह टुटदे आ। मापे डर डर के अपने घरां विच रहिंदे आ क्योंकि नियाणे अपने मापियां नूं जानो मारदे आ। लोभ वध गया, मापियां दी कोई इज्जत नहीं, ब्याह शादी है नहीं, घर सारे बर्बाद होए।
एक दूए का कतल किया जाता, इंसान की जिंदगी का कोई भी आदर नहीं। ये सारिया चीज़ां क्यों हो रही? बाइबल जवाब देती क्योंकि नहीं रब नूं बाहर कढ़ दिता। और सारा नालों बड़ा धर्म साइंस का इवोल्यूशन, उसने बाकी धर्मां नालों भी ज्यादा हमला किया कि दुनिया के तमाम लोग मानते रब है नहीं। उन्हें रब नूं कढ़ दिता, क्योंकि रब नूं अपनी जिंदगियां तो अपनी सोचों तो कढ़ दिता। इस करके दुनिया पुठे राह, गलती दे विच, पाप दे विच, बुराई दे विच डुब रही है। क्योंकि जिथे रब नहीं उथे थे होगा, जिथे परमेश्वर नहीं है उथे कदे भी कोई चीज सही नहीं हो सकती। जिथे परमेश्वर नहीं उथे शांति भी नहीं हो सकती। लोकी कसूर करते रब दा, दुनिया च लड़ाइयां क्यों हो रही, लखां क्यों मर रहे, निर्दोष न्याणे क्यों मर रहे हैं, लोकी क्यों ऐनी बुराई कर रहे हैं, रब क्यों होण दिता? एक कसूर रब दा नहीं, कसूर इंसान दा। उन्हीं रब नूं बाहर कढ़ दिता। तो बाद दे विच कहंदे आ रब क्यों होण दिता? क्योंकि रब कहता ये तां हो रहा क्योंकि मैं थोड़ी जिंदगी च नहीं हाँ। क्यों नहीं है? तुसी मैनूं बाहर कढ़ दिता। तुसी कहंदे रब है नहीं, तुसी कहंदे असीं बंधन तो आए हैं। संत जी की कहंदे, संत जी जिन्हां दा ज्ञान काफी सी, की कहता थोड़ा विश्वास मनुखा की बुद्धि उत्ते नहीं होना चाहिए। लोकी की कहते हैं, लोकी बथेरा कुछ कहते हैं। लोकी कहते रब है नहीं, कोई कहता फलानी चीज, कोई आ कहता, कोई ओ कहता। पर साडा ज्ञान लोकां दे ज्ञान उत्ते नहीं होना चाहिए, बल्कि परमेश्वर की शक्ति दे विच होना चाहिए। दुनिया विच कई फिलासफियां, कई ज्ञान, कई विद्वान जो अपनी अपनी गल्लां दसदे आ, पर साडा यकीन उन्हां विच नहीं, परियां दीयां कहानियां विच नहीं, बल्कि परमेश्वर की ताकत दे विच साडा भरोसा ते साडा यकीन ठहरना चाहिए। ताही जीसस ने अपने बचनां च कहा मेरे वाल देखो। क्योंकि इंसान की बुद्धि, इंसान का ज्ञान सानू कदे परमेश्वर के कोल पहुंचा नहीं सकता। सिर्फ परमेश्वर की शक्ति तो दा ज्ञान जो सानू परमेश्वर के दर ते पहुंचा सकता, जो साडा मेल उस करता परमेश्वर नाल जिन सानू मिट्टी तो बनाया ओदे नाल करा सकता है। संत जी की कहते फिर तो थोड़ा विश्वास मनुखा की बुद्ध उत्ते नहीं कि लोग की कहते, की उन्हां दीयां फिलासफियां, की उन्हां दे विचार है, बल्कि परमेश्वर उत्ते, ओदी शक्ति उत्ते। तां भी असीं सियाणियां दे अगे ज्ञान सुणाउंदे हन, ਉਹ ਗਿਆਨ नहीं जो इस संसार का होवे, ना ही संसार के हाकमां का जिहड़ा नाश हो रहे हैं। असी फिर भी लोगों को ज्ञान दिंदे आ, पर इस ज्ञान च फर्क है, ये इंसानी ज्ञान नहीं है। ये ज्ञान इंसान के दिमाग तो नहीं आया, इंसान की समझ तो नहीं आया, इंसान के तजर्बे तो नहीं आया। ये ज्ञान जींदे परमेश्वर तो आया। ये जड़ा ज्ञान संत जी कहते ये इंसानी ज्ञान नहीं है। फिर तो देखो तां भी असीं सियाणे अगे ज्ञान सुनाते, वो ज्ञान नहीं जो इस संसार का ज्ञान है। दुनिया दे विच बहुत ज्ञान, बहुत विश्वास अते बहुत जुदे जुदे राह है, पर बाइबल कहती एक ज्ञान, एक विश्वास, एक प्रभु तो इको ही राह जड़ा कि जीसस है। हजारा ही राह नहीं, हजारा ही ज्ञान नहीं। जिहड़ा लोकी कहते जो भी मनना मनी जा स्वर्ग नूं जाओगे, गलत आ। जीसस कहता सिर्फ एक राह आ। ये इंसानी ज्ञान आ जो सानू कह रहा, इंसानी ज्ञान जो सानू कहता भला करो, करी जाओ भला, तुसीं स्वर्ग नूं जाओगे। पर बाइबल दसदी भलियाई तुहानूं स्वर्ग विच कदी भी नहीं लैके जाऊंगी। बाइबल इक्को एक किताब है जिहड़ी दसदी तुहाडी भलियाई तुहानूं बचा नहीं सकदी। जिन्ने मर्जी भले काम कर लो, गलत सोचा, गलत विचार, गलत ओहदे बारे कही,
ਉਹਦਾ ਲੇਖਾ ਕੌਣ ਦਊਗਾ? 10 ਭਲੇ ਕੰਮ ਕੀਤੇ, 20 ਬੁਰੇ ਕੀਤੇ, ਭਲਾਈ ਕੈਂਸਲ ਹੋ ਗਈ। ਸਾਰੇ ਧਰਮ ਕਹਿੰਦੇ ਭਲਾਈ, ਬਾਈਬਲ ਕਹਿੰਦਾ ਨਹੀਂ, ਤੁਸੀਂ ਬਚਾਏ ਜਾਂਦੇ ਕਿਉਂਕਿ ਰੱਬ ਦਇਆ ਕਰਦਾ, ਕਿਉਂਕਿ ਤੁਸੀਂ ਯਕੀਨ ਕਰਦੇ ਜੀਸਸ ਉੱਤੇ। ਇਹ ਹੈਗਾ ਸੰਸਾਰਿਕ ਗਿਆਨ। ਭਲਾਈ ਕਰੋ ਸਵਰਗ ਨੂੰ ਜਾਓਗੇ। ਰੱਬ ਕਹਿੰਦਾ ਨਹੀਂ, ਜਦ ਤੱਕ ਤੁਸੀਂ ਮੇਰੇ ਨਾਲ ਰਿਸ਼ਤਾ ਨਹੀਂ ਗੰਢਦੇ, ਤੁਹਾਡੀ ਭਲਾਈ ਨੇ ਤੁਹਾਨੂੰ ਸਵਰਗ ਨੂੰ ਥੋੜੋ ਲੈ ਕੇ ਜਾਣਾ। ਤੁਸੀਂ ਯਾਨੀ ਕਿ ਸਵਰਗ ਨੂੰ ਜਾਣਾ ਚਾਹੁੰਦੇ ਆ, ਪਰ ਸਵਰਗ ਦੇ ਮਾਲਕ ਨੂੰ ਜਾਣਨਾ ਨਹੀਂ ਚਾਹੁੰਦੇ। ਇਹ ਕੀ ਆ? ਸੰਸਾਰਿਕ ਗਿਆਨ, ਬੁੱਧਿਜ਼ਮ। ਉਹ ਕਹਿੰਦੇ ਕਿ ਰੱਬ ਨੂੰ ਮੰਨਣ ਦੀ ਲੋੜ ਨਹੀਂ ਹੈ, ਭਲੇ ਕੰਮ ਕਰੋ 84 ਲੱਖ ਜੂਨਾਂ ਤੋਂ ਬਚ ਜਾਓਗੇ। ਆਪਣੇ ਆਪ ਨੂੰ ਤੁਸੀਂ ਆਪ ਮੁਕਤੀ ਦੇ ਸਕਦੇ। ਭਲੇ ਕੰਮ ਕਰਨ ਦੇ ਨਾਲ, ਭਲਾਈ ਕਰਨ ਦੇ ਨਾਲ ਤੁਹਾਨੂੰ ਮੁਕਤੀ ਮਿਲੂਗੀ 84 ਲੱਖ ਜੂਨਾਂ ਤੋਂ। ਇਹ ਇਨਸਾਨੀ ਗਿਆਨ ਹੈ, ਇਨਸਾਨ ਦੇ ਦਿਮਾਗ ਤੋਂ ਆਇਆ। ਇਹ ਪਰਮੇਸ਼ਵਰੀ ਗਿਆਨ ਨਹੀਂ ਕਿ ਆਦਮੀ ਜਿੰਨਾ ਮਰਜੀ ਭਲਾ ਕੰਮ ਕਰੇ ਪਰ ਉਹਦਾ ਦਿਮਾਗ ਫਿਰ ਵੀ ਖਰਾਬ ਆ। ਜੀਸਸ ਨੇ ਕਿਹਾ ਸਾਰੇ ਮੀਟ ਹਲਾਲ ਆ, ਪਰ ਇਨਸਾਨ ਦੇ ਅੰਦਰੋਂ ਜੋ ਨਿਕਲਦਾ ਉਹ ਹਰਾਮ ਆ। ਜੀਸਸ ਨੇ ਕਿਹਾ ਜੋ ਅੰਦਰ ਜਾਂਦਾ ਉਹ ਪੇਟ ਦੇ ਵਿੱਚ ਜਾਂਦਾ, ਉਹ ਬਾਹਰ ਨਿਕਲ ਜਾਂਦਾ। ਜੇ ਗੰਦਗੀ ਆ ਹਲਾਲ ਆ, ਜੋ ਮਰਜੀ ਖਾ ਲਓ, ਪਰ ਹਰਾਮ ਹੈ ਜੋ ਤੁਹਾਡੇ ਮੂੰਹ ਚੋਂ ਨਿਕਲਦਾ। ਉਹ ਕਹਿੰਦਾ ਉਹ ਚੀਜ਼ਾਂ ਗੰਦੀਆਂ ਕਰਦੀਆਂ ਕਿਹੜੀਆਂ? ਜੋ ਤੁਹਾਡੇ ਮੂੰਹ ਚੋਂ ਨਿਕਲਦੀਆਂ। ਉਸਨੇ ਕਿਹਾ ਮੀਟ ਹਲਾਲ ਆ, ਲਫ਼ਜ਼ ਹਰਾਮ ਆ ਜੋ ਇਨਸਾਨ ਦੇ ਮੂੰਹ ਚੋਂ ਨਿਕਲਦੇ, ਜਿਹੜੇ ਕਿ ਪਰਮੇਸ਼ਵਰ ਦੇ ਖਿਲਾਫ ਆ। ਸੋ ਇੱਥੇ ਹੈਗਾ ਇਨਸਾਨੀ ਗਿਆਨ, ਭਲਾ ਕਰੋ, ਆ ਕਰੋ। ਰੱਬ ਕਹਿੰਦਾ ਜਿੰਨਾ ਮਰਜੀ ਭਲਾ ਕਰੋ, ਜਦ ਤੱਕ ਤੁਸੀਂ ਉਹਦੀ ਸੰਗਤ ਦੇ ਵਿੱਚ ਨਹੀਂ ਆਓ, ਜਦ ਤੱਕ ਤੁਸੀਂ ਕਰਤਾ ਪਰਮੇਸ਼ਵਰ ਨੂੰ ਪਿਆਰ ਨਹੀਂ ਕਰਦੇ, ਉਹਦੇ ਭੇਜੇ ਹੋਏ ਪੁੱਤ ਉੱਤੇ ਯਕੀਨ ਨਹੀਂ ਕਰਦੇ, ਤੁਸੀਂ ਮੁਕਤੀ ਨਹੀਂ ਪ੍ਰਾਪਤ ਕਰ ਸਕੋਗੇ। ਸੰਤ ਜੀ ਕਹਿੰਦਾ ਸੰਸਾਰਿਕ ਗਿਆਨ ਨਹੀਂ ਅਸੀਂ ਦੇ ਰਹੇ, ਉਹ ਗਿਆਨ ਦੀ ਦੁਨੀਆ 'ਚ ਕਈ ਤਰ੍ਹਾਂ ਦੇ ਗਿਆਨ ਹੈ, ਕਈ ਤਰ੍ਹਾਂ ਦੀਆਂ ਸਿੱਖਿਆਵਾਂ। ਨਾ ਹੀ ਸੰਸਾਰ ਦੇ ਹਾਕਮਾਂ ਦਾ ਜਿਹੜਾ ਨਾਸ਼ ਹੋ ਰਿਹਾ, ਨਾ ਉਹ ਗਿਆਨ ਜੋ ਇਸ ਦੁਨੀਆ ਦੇ ਵਿੱਚ ਮਸ਼ਹੂਰ ਬੰਦੇ ਆ। ਖਾਸ ਕਰਕੇ ਉਹ ਗੱਲ ਕਰਦਾ ਜਿਸ ਤਰ੍ਹਾਂ ਇਜ਼ਰਾਈਲ ਦੇ ਬੜੇ ਪਾਦਰੀ, ਸਗੋਂ ਪਰਮੇਸ਼ਵਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ, ਜਿਸ ਨੂੰ ਪਰਮੇਸ਼ਵਰ ਨੇ ਆਦਿ ਤੋਂ ਪਹਿਲਾਂ ਸਾਡੇ ਫਾਇਦੇ ਲਈ ਜਾਂ ਸਾਡੇ ਪ੍ਰਤਾਪ ਲਈ, ਸਾਡੀ ਮਹਿਮਾ ਲਈ ਠਹਿਰਾਇਆ। ਗੁਪਤ ਗਿਆਨ ਜਿਹਦੇ ਬਾਰੇ ਸੰਤ ਜੀ ਕਹਾਂ ਦੱਸਦੇ ਆ, ਇਹ ਗਿਆਨ ਰੱਬ ਨੇ ਸਾਰਿਆਂ ਨੂੰ ਜ਼ਾਹਰ ਨਹੀਂ ਸੀ ਕੀਤਾ। ਪੁਰਾਣੇ ਪੈਗੰਬਰਾਂ ਨੂੰ ਵੀ ਪੂਰਾ ਗਿਆਨ ਨਹੀਂ ਸੀ ਇਹ ਭੇਦ ਕੀ ਆ, ਕਿ ਰੱਬ ਦਾ ਗੁਪਤ ਗਿਆਨ ਕੀ ਆ। ਇਹ ਗਿਆਨ ਜਿਹੜਾ ਰੱਬ ਨੇ ਦੁਨੀਆ ਬਣਨ ਤੋਂ ਪਹਿਲਾਂ ਹੀ ਸੋਚਿਆ, ਅਤੇ ਇਹ ਭੇਦ ਜੋ ਰੱਬ ਨੇ ਬਣਾਇਆ ਗੁਪਤ ਗਿਆਨ ਸੀ। ਇੱਕ ਦਿਨ ਰੱਬ ਪਰਾਈਆਂ ਕੌਮਾਂ ਯਹੂਦੀਆਂ ਨੂੰ ਇੱਕ ਕਰੂੰਗਾ, ਉਹ ਦੋਨੋਂ ਹੀ ਇੱਕ ਪਿਆਲੇ ਤੋਂ ਪੀਣਗੇ, ਇੱਕੋ ਹੀ ਰੱਬ ਦੇ ਬਚਨਾਂ ਦੇ, ਉਹਦੇ ਵਾਅਦਿਆਂ ਦੇ, ਉਹਦੀ ਆਸ਼ੀਰਵਾਦ ਦੇ ਇੱਕੋ ਜਿਹੇ ਭਾਗੀ ਹੋਣਗੇ। ਨਾ ਕੋਈ ਯਹੂਦੀ, ਨਾ ਕੋਈ ਯੂਨਾਨੀ, ਸਾਰੇ ਹੋਣਗੇ। ਇਹ ਰੱਬ ਦਾ ਭੇਦ ਸੀ ਕਿ ਇੱਕ ਦਿਨ ਉਸਨੇ ਇਸ ਤਰ੍ਹਾਂ ਕਰਨੀ। ਸੰਤ ਜੀ ਕਹਾਂ ਕੀ ਕਹਿੰਦੇ, ਸਗੋਂ ਪਰਮੇਸ਼ਵਰ ਦਾ ਗੁਪਤ ਗਿਆਨ ਸਭੀ ਐਦ ਭੇਦ ਨਾਲ ਸੁਣਾਉਂਦੇ ਹਾਂ, ਜਿਸ ਨੂੰ ਪਰਮੇਸ਼ਵਰ ਆਦਿ ਤੋਂ ਪਹਿਲਾਂ, ਦੁਨੀਆ ਬਣਨ ਤੋਂ ਪਹਿਲਾਂ ਰੱਬ ਨੇ ਠਹਿਰਾਇਆ, ਜਿਸ ਨੂੰ ਇਸ ਸੰਸਾਰ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ। ਕਿਉਂਕਿ ਜੇਕਰ ਉਹ ਜਾਣਦੇ ਤੇਜਵਾਨ ਪ੍ਰਭੂ ਨੂੰ ਸਲੀਬ ਉੱਤੇ ਨਾ ਚਾੜਦੇ। ਇਹ ਜਿਹੜਾ ਗਿਆਨ ਸੀ ਸਾਡੇ ਲੀਡਰਾਂ ਨੇ ਵੀ ਨਹੀਂ ਪਹਿਚਾਣਿਆ, ਸਾਡੇ ਬੜੇ ਪਾਦਰੀ ਸਾਹਿਬ ਜੋ ਜਰੂਸਲਮ ਮੰਦਰ ਉਹਨੇ ਵੀ ਨਹੀਂ ਜਾਣਿਆ, ਰਾਜਿਆਂ ਨੇ ਵੀ ਨਹੀਂ ਜਾਣਿਆ, ਹੈਰੋਦ ਨੇ ਵੀ ਨਹੀਂ ਜਾਣਿਆ ਗੁਪਤ ਗਿਆਨ ਕੀ ਆ, ਪਾਇਲਟ ਨੇ ਵੀ ਨਹੀਂ ਜਾਣਿਆ ਇਹ ਗਿਆਨ ਕੀ ਆ। ਅਗਰ ਉਹ ਸਮਝਦੇ, ਉਹਨੇ ਜੀਸਸ ਨੂੰ ਸਲੀਬ ਤੇ ਨਹੀਂ ਸੀ ਮਾਰਨਾ। ਕਿ ਸਾਡੇ ਲੀਡਰਾਂ ਨੇ ਵੀ, ਸਾਡੇ ਹਾਕਮਾਂ ਨੇ ਵੀ ਇਸ ਗਿਆਨ ਨੂੰ ਨਹੀਂ ਸਮਝਿਆ, ਨਹੀਂ ਤਾਂ ਉਹਨੇ ਜੀਸਸ ਨੂੰ ਉਸ ਸਲੀਬ ਉੱਤੇ ਚਾੜਨਾ ਨਹੀਂ ਸੀ। ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਕੀ ਕਹਿੰਦਾ? ਜਿਵੇਂ ਲਿਖਿਆ ਹੋਇਆ ਹੈ, ਜਿਹੜਾ ਵਸਤਾਂ ਅੱਖੀ ਨਾ ਵੇਖੀਆਂ, ਨਾ ਕੰਨੀ ਸੁਣੀਆਂ,
ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਵਰ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। ਰੱਬ ਦਾ ਪਿਆਰ ਆਪਣੀਆਂ ਲੋਕਾਂ ਲਈ ਬਹੁਤ ਬੜਾ। ਰੱਬ ਨੇ ਉਹ ਚੀਜ਼ਾਂ ਆਪਣੇ ਲੋਕਾਂ ਲਈ ਰੱਖੀਆਂ, ਉਹ ਚੀਜ਼ਾਂ ਆਪਣੇ ਲੋਕਾਂ ਲਈ ਬਣਾਈਆਂ ਜਿਹਦੇ ਬਾਰੇ ਅਸੀਂ ਅਜੇ ਸੋਚਿਆ ਵੀ ਨਹੀਂ, ਚੀਜ਼ਾਂ ਜਿਹੜੀਆਂ ਅਸੀਂ ਅਜੇ ਸੁਣੀਆਂ ਵੀ ਨਹੀਂ, ਚੀਜ਼ਾਂ ਜਿਹਦਾ ਖਿਆਲ ਸਾਡੇ ਦਿਮਾਗ ਦੇ ਵਿੱਚ ਵੀ ਨਹੀਂ ਆਇਆ। ਉਹ ਚੀਜ਼ਾਂ ਪਰਮੇਸ਼ਵਰ ਨੇ ਆਪਣੀਆਂ ਲੋਕਾਂ ਲਈ ਰੱਖੀਆਂ। ਪਰ ਬਾਈਬਲ ਦੱਸਦੀ ਰੱਬ ਨੇ ਸਾਨੂੰ ਜ਼ਾਹਰ ਕੀਤੀਆਂ ਉਹਦੀ ਆਤਮਾ ਦੇ ਦੁਆਰਾ। 10ਵੀਂ ਐਤ, ਉਹਨਾਂ ਨੂੰ ਪਰਮੇਸ਼ਵਰ ਨੇ ਆਤਮਾ ਦੁਆਰਾ ਸਾਡੇ ਉੱਤੇ ਪ੍ਰਗਟ ਕੀਤੀ। ਕਿਉਂ? ਜੋ ਆਤਮਾ ਸਾਰੀਆਂ ਵਸਤਾਂ, ਸਗੋਂ ਪਰਮੇਸ਼ਵਰ ਦੀਆਂ ਡੂੰਘੀਆਂ ਵਸਤਾਂ ਜਾਂਚ ਕਰ ਲੈਂਦਾ। ਅਸੀਂ ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਜਾਣ ਨਹੀਂ ਸਕਦੇ ਜਦ ਤੱਕ ਸਾਡੇ ਅੰਦਰ ਆਪਣੀ ਪਵਿੱਤਰ ਆਤਮਾ ਨਾਲ ਆ ਕੇ ਰਹਿੰਦਾ ਨਹੀਂ ਹੈ। ਕਿਉਂਕਿ ਉਹਦੀ ਆਤਮਾ ਜੋ ਸਾਨੂੰ ਦੱਸਦੀ ਆ ਕਿ ਰੱਬ ਦੇ ਵਿਚਾਰ ਕੀ ਆ, ਉਹ ਸਾਨੂੰ ਦੱਸਦੀ ਆ ਰੱਬ ਦੀਆਂ ਸੋਚਾਂ ਕੀ ਆ, ਉਹ ਸਾਨੂੰ ਦੱਸਦਾ ਆ ਰੱਬ ਕੀ ਸੋਚ ਰਿਹਾ, ਕਿਉਂਕਿ ਆਤਮਾ ਰੱਬ ਬਾਰੇ ਜਾਣਦੀ ਆ। ਅਸੀਂ ਦੇਖਦੇ ਦੁਨੀਆ ਦੇ ਵਿੱਚ ਜਦੋਂ ਨਜ਼ਰ ਮਾਰਦੇ ਕਿ ਜੋ ਇਨਸਾਨ ਆ ਉਹ ਹਜੇ ਤਜਰਬੇ ਕਰ ਰਿਹਾ ਪਰਮੇਸ਼ਵਰ ਨੂੰ ਲੱਭਣ ਦੇ ਲਈ। ਹਰ ਇੱਕ ਧਰਮ ਦੇ ਜੁਦੇ ਜੁਦੇ ਤਜਰਬੇ। ਕੋਈ ਮੂਰਤੀਆਂ ਮੋਰੇ ਪ੍ਰਸ਼ਾਦ ਰੱਖਦਾ, ਕੋਈ ਮੂਰਤੀਆਂ ਦੇ ਮੂੰਹ ਦੇ ਵਿੱਚ ਲੱਡੂ ਪਾਉਂਦਾ, ਆਪਣੇ ਆਪਣੇ ਵਿਚਾਰ। ਜੇ ਮੈਨੂੰ ਭੁੱਖ ਲੱਗਦੀ ਹੈ ਤਾਂ ਵਿਚਾਰੇ ਦੇਵਤੇ ਨੂੰ ਵੀ ਤਾਂ ਭੁੱਖ ਲੱਗਦੀ ਹੋਊਗੀ। ਜੇ ਮੈਨੂੰ ਪਾਣੀ ਚਾਹੀਦਾ, ਦੇਵਤੇ ਨੂੰ ਵੀ ਤਾਂ ਚਾਹੀਦਾ ਉਹਦੇ ਮੋਹਰੇ ਗੜ ਵੀ ਪਾਣੀ ਦੀ। ਕਿਉਂਕਿ ਇਹ ਹੈਗਾ ਇਨਸਾਨੀ ਗਿਆਨ। ਕਿਉਂਕਿ ਆਦਮੀ ਰੱਬ ਨੂੰ ਸਮਝਦਾ ਨਹੀਂ ਹਜੇ, ਉਹ ਜੁਦੀਆਂ ਜੁਦੀਆਂ ਚੀਜ਼ਾਂ ਕਰਦਾ। ਕਈ ਕਹਿੰਦਾ ਜੇ ਰੱਬ ਨੂੰ ਪ੍ਰਾਪਤ ਕਰਨਾ ਆਪਣਾ ਟੱਬਰ ਛੱਡਣਾ ਪੈਣਾ। ਕਿਉਂਕਿ ਜੇ ਤੁਹਾਡਾ ਮੋਹ ਸੰਸਾਰ ਦੇ ਵਿੱਚ ਆ, ਆਪਣੇ ਪਿਆਰਿਆਂ ਦੇ ਵਿੱਚ, ਆਪਣੇ ਬੱਚਿਆਂ ਵਿੱਚ, ਆਪਣੀ ਔਰਤ ਵਿੱਚ, ਆਪਣੇ ਆਦਮੀ ਵਿੱਚ, ਤੁਸੀਂ ਰੱਬ ਨੂੰ ਗ੍ਰਹਿਣ ਨਹੀਂ ਕਰ ਸਕਦੇ। ਤੁਹਾਨੂੰ ਸਾਰਾ ਮੋਹ ਤੋੜਨਾ ਪੈਣਾ। ਪਰ ਬਾਈਬਲ ਕਹਿੰਦੀ ਨਹੀਂ, ਅਗਰ ਆਦਮੀ ਆਪਣੇ ਟੱਬਰ ਦੀ ਪਰਵਾਹ ਨਹੀਂ ਕਰਦਾ ਤਾਂ ਉਹ ਆਦਮੀ ਇਸ ਤਰ੍ਹਾਂ ਆ ਜਿਸ ਦਾ ਨਾਸਤਕ ਹੋਵੇ, ਰੱਬ ਨੂੰ ਨਾ ਮੰਨਣ ਵਾਲਾ। ਜੇ ਰੱਬ ਚਾਹੁੰਦਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਇਹ ਨਹੀਂ ਕਿ ਆਪਣੀਆਂ ਜ਼ਿੰਮੇਵਾਰੀਆਂ ਤੇ ਨੱਠ ਕੇ ਜਾਓ। ਸੋ ਇੱਥੇ ਕੀ ਦੱਸਿਆ ਗਿਆ ਕਿ ਰੱਬ ਦੀ ਆਤਮਾ ਆ ਜੋ ਸਮਝ ਦਿੰਦੀ ਹੈ। ਅਸੀਂ ਵੀ ਬਹੁਤ ਪੁੱਠੀਆਂ ਚੀਜ਼ਾਂ ਕਰਦੇ ਸੀ। ਤੁਲਸੀ ਮੋਰੇ ਅਸੀਂ ਦੀਵੇ ਜਾਲਦੇ ਸੀ, ਤੁਲਸੀ ਦੇ ਪੱਤੇ ਖਾਂਦੇ ਸੀ, ਪਾਣੀ ਵਿੱਚ ਡੁਬੋ ਕੇ ਪਾਣੀ ਪੀਂਦੇ ਸੀ ਕਿ ਅੰਮ੍ਰਿਤ ਆ। ਕਿਉਂਕਿ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸੀ, ਨਾ ਦੁਨੀਆ ਦੇ ਲੋਕਾਂ ਨੂੰ ਗਿਆਨ ਆ। ਕਿਉਂਕਿ ਗਿਆਨ ਸਿਰਫ ਉਹਦੀ ਆਤਮਾ ਦੇ ਸਕਦੀ ਆ। ਸੰਤ ਜੀ ਤਾਂ ਕਹਿੰਦੇ ਕਿ ਰੱਬ ਨੇ ਆਪਣੀ ਆਤਮਾ, ਜਦੋਂ ਆਤਮਾ ਸਾਡੇ ਅੰਦਰ ਆਈ, ਸਾਨੂੰ ਸਮਝ ਆਈ ਕਿ ਰੱਬ ਤੁਲਸੀ ਨਾਲੋਂ ਵੀ ਬੜਾ, ਬੋੜ ਨਾਲੋਂ ਵੀ ਬੜਾ, ਕਿ ਰੱਬ ਦਰਖਤ ਨਹੀਂ ਆ, ਉਹ ਤੋਂ ਵੀ ਬੜਾ ਆ। ਕਿ ਰੱਬ ਆਦਮੀ ਨਹੀਂ ਆ, ਉਹ ਤੋਂ ਵੀ ਬੜਾ। ਰੱਬ ਪਸ਼ੂ ਨਹੀਂ ਕਿ ਮੈਂ ਪਸ਼ੂਆਂ ਦੀ ਸੇਵਾ ਕਰਾਂ। ਰੱਬ ਕਹਿੰਦਾ ਪਾਗਲੋ, ਮੈਂ ਤਾਂ ਪਸ਼ੂ ਦਿੱਤੇ ਤੁਹਾਡੀ ਸੇਵਾ ਕਰਨ ਲਈ, ਤਾਂ ਤੁਸੀਂ ਪਸ਼ੂਆਂ ਦੀ ਸੇਵਾ, ਉਹਨਾਂ ਦੇ ਮੋਹਰੇ ਮੱਥਾ ਟੇਕਦੇ, ਉਹਨਾਂ ਨੂੰ ਧਿਆਨ ਦੇ। ਇਹ ਹੈਗਾ ਸੰਸਾਰੀ ਗਿਆਨ ਜੋ ਸੰਤ ਸਾਨੂੰ ਦੱਸ ਰਿਹਾ। ਇਸ ਕਰਕੇ ਸਾਡਾ ਯਕੀਨ ਸੰਸਾਰੀ ਗਿਆਨ ਉੱਤੇ ਨਹੀਂ, ਪਰਮੇਸ਼ਵਰ ਦੀ ਤਾਕਤ, ਉਹਦੀ ਆਤਮਾ ਦੇ ਵਿੱਚ ਹੋਣਾ। ਸੰਤ ਜੀ ਕਹਿੰਦੇ ਕਿ ਸਾਡੇ ਅੰਦਰ ਹੁਣ ਰੱਬ ਦਾ ਦਿਮਾਗ ਹੈ, ਕਿ ਜਿਹੜੀ ਪਵਿੱਤਰ ਆਤਮਾ ਉਹ ਸਾਨੂੰ ਰੱਬ ਬਾਰੇ ਦੱਸ ਸਕਦੀ ਹੈ। ਜੀਸਸ ਨੇ ਵੀ ਕਿਹਾ ਕਿ ਉਹ ਆਤਮਾ ਜਦੋਂ ਆਊਗਾ, ਸੱਚਾਈ ਦੀ ਆਤਮਾ, ਤੁਹਾਨੂੰ ਸਾਰਾ ਕੁਝ ਦੱਸੂ। ਕਿਉਂਕਿ ਸਾਨੂੰ ਨਹੀਂ ਪਤਾ ਸਵਰਗ ਵਿੱਚ ਕੀ ਹੋ ਰਿਹਾ, ਸਾਨੂੰ ਨਹੀਂ ਪਤਾ ਸਵਰਗ ਉੱਤੇ ਕੀ ਆ, ਜਦੋਂ ਤੱਕ ਕੋਈ ਸਵਰਗ ਤੋਂ ਆ ਕੇ ਸਾਨੂੰ ਦੱਸੇ। ਸੰਤ ਜੀ 10ਵੀਂ ਐਤ ਕਹਿੰਦੇ ਉਹਨਾਂ ਨੂੰ ਪਰਮੇਸ਼ਵਰ ਨੇ ਆਤਮਾ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ। ਕਿਉਂਕਿ ਜੋ ਆਤਮਾ ਸਾਰੀਆਂ ਵਸਤਾਂ ਦੀ, ਸਗੋਂ ਪਰਮੇਸ਼ਵਰ ਦੀ ਡੂੰਘਾਈ ਵਸਤਾਂ ਦੀ ਜਾਂਚ ਕਰਦਾ ਹੈ। ਹੁਣ ਜਿੱਦਾਂ ਮੇਰੀ ਆਤਮਾ ਮੈਨੂੰ ਅੰਦਰੋਂ ਜਾਣਦੀ ਹੈ, ਮੇਰੀ ਆਤਮਾ ਮੇਰੀਆਂ ਸੋਚਾਂ ਜਾਣਦੀ, ਤੁਸੀਂ ਨਹੀਂ ਜਾਣ ਸਕਦੇ। ਤੁਹਾਨੂੰ ਨਹੀਂ ਪਤਾ ਮੇਰੇ ਦਿਮਾਗ 'ਚ ਕੀ ਸੋਚਾਂ ਹੈ, ਪਰ ਮੇਰੀ ਆਤਮਾ ਜਾਣਦੀ ਮੇਰੇ ਦਿਮਾਗ 'ਚ ਕੀ ਸੋਚਾਂ ਹੈ। ਮੇਰੀ ਆਤਮਾ ਜਾਣਦੀ ਮੇਰੀਆਂ ਖਾਹਿਸ਼ਾਂ ਕੀ ਆ, ਮੇਰੀ ਆਤਮਾ ਮੈਨੂੰ ਅੰਦਰੋਂ ਦੱਸਦੀ ਮੇਰੀਆਂ ਤਮੰਨਾਵਾਂ ਕੀ ਆ। ਉਸੇ ਤਰ੍ਹਾਂ ਪਰਮੇਸ਼ਵਰ ਦੀ ਆਤਮਾ ਰੱਬ ਬਾਰੇ ਜਾਣਦੀ। ਤਾਂ ਜਦੋਂ ਉਹ ਆਤਮਾ ਸਾਡੇ ਅੰਦਰ ਆਉਂਦੀ ਆ, ਉਹ ਸਾਨੂੰ ਰੱਬ ਬਾਰੇ ਦੱਸਦੀ ਕਿ ਰੱਬ ਅੰਦਰੋਂ ਕੀ ਸੋਚਦਾ।
ਉਹਦੀ ਮਰਜ਼ੀ ਤੁਹਾਡੇ ਲਈ ਕੀ ਆ। ਪਰਮੇਸ਼ਵਰ ਤੁਹਾਤੋਂ ਕੀ ਚਾਹੇ ਮੈਂ ਨਹੀਂ ਜਾਣ ਸਕਦਾ, ਪਰ ਉਹਦੀ ਆਤਮਾ ਉਹਨੂੰ ਜਾਣਦੀ ਹੈ ਅਤੇ ਉਹਦੀ ਆਤਮਾ ਆ ਜੋ ਉਹਦੇ ਬਾਰੇ ਸਾਨੂੰ ਦੱਸਦੀ। ਤਾਂ ਹੀ ਬਾਈਬਲ ਦਾ ਜੋ ਸਾਡਾ ਟੀਚਰ ਹੈ ਪਵਿੱਤਰ ਆਤਮਾ, ਸਾਡਾ ਅਧਿਆਪਕ ਹੈ। ਸੰਤ ਜੀ ਗਾਹਾਂ ਕਹਿੰਦੇ ਮਨੁੱਖ ਦੇ ਆਤਮਾ ਤੋਂ ਬਿਨਾਂ ਉਹਦੇ ਅੰਦਰ ਹੈ, ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ। ਜਿਸ ਤਰ੍ਹਾਂ ਮੈਂ ਮਿਸਾਲ ਦਿੱਤੀ, ਬੰਦੇ ਦੀ ਗੱਲ ਬੰਦਾ ਨਹੀਂ ਜਾਣ ਸਕਦਾ, ਸਿਰਫ ਉਹਦੀ ਆਤਮਾ ਜਾਣਦੀ ਉਹ ਕਿੱਦਾਂ ਦਾ ਅੰਦਰੋਂ। ਪਰ ਸਾਨੂੰ ਸੰਸਾਰ ਦਾ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਜੋ ਅਸੀਂ ਉਹਨਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ਵਰ ਨੇ ਸਾਨੂੰ ਬਖਸ਼ੇ ਆ। ਹੁਣ ਸਾਡੇ ਵਿੱਚ ਦੁਨੀਆ ਦੀ ਆਤਮਾ ਨਹੀਂ, ਸ਼ੈਤਾਨ ਨਹੀਂ, ਬਲਕਿ ਪਰਮੇਸ਼ਵਰ ਨੇ ਸਾਨੂੰ ਪਵਿੱਤਰ ਆਤਮਾ ਦਿੱਤੀ ਆ, ਸਾਡੇ ਅੰਦਰ ਰਿਹਾ ਆ। ਇਹ ਪਵਿੱਤਰ ਆਤਮਾ ਸਾਨੂੰ ਸਾਰਾ ਕੁਝ ਦੱਸਦੀ ਆ, ਉਹਨਾਂ ਚੀਜ਼ਾਂ ਨੂੰ ਵੀ ਦੱਸਦੀ ਹੈ ਜਿਹੜੀਆਂ ਚੀਜ਼ਾਂ ਰੱਬ ਨੇ ਜਾਂ ਪਦਾਰਥ ਰੱਬ ਨੇ ਸਾਨੂੰ ਦਿੱਤੇ ਆ। ਸੋ ਪਰਮੇਸ਼ਵਰ ਦੇ ਦਿਮਾਗ ਨੂੰ ਸਿਰਫ ਉਹਦੀ ਆਤਮਾ ਜਾਣ ਸਕਦੀ ਹੈ। ਅਸੀਂ ਉਹਨਾਂ ਚੀਜ਼ਾਂ ਨੂੰ ਮੰਨਦੇ ਜੋ ਸਰੀਰਕ ਆ। ਮੈਂ ਉਹ ਚੀਜ਼ਾਂ ਜਾਣਦਾ ਜੋ ਮੈਂ ਦੇਖ ਸਕਦਾ, ਮੈਂ ਉਹ ਚੀਜ਼ਾਂ ਨੂੰ ਜਾਣਦਾ ਜਿਹਨੂੰ ਮੈਂ ਹੱਥ ਲਾ ਸਕਦਾ, ਉਹ ਚੀਜ਼ਾਂ ਜੋ ਮੈਂ ਸੁਣ ਸਕਦਾ, ਉਹ ਚੀਜ਼ਾਂ ਜੋ ਮੈਂ ਸੁੰਘ ਸਕਦਾ, ਉਹਨਾਂ ਚੀਜ਼ਾਂ 'ਚ ਮੈਂ ਯਕੀਨ ਕਰੂੰ ਕਿਉਂਕਿ ਮੈਂ ਸਰੀਰ ਰੱਖਿਆ। ਪਰ ਜਿਹੜਾ ਰੱਬ ਦਾ ਬੰਦਾ ਆਤਮਿਕ ਆ, ਉਹ ਉਹਨਾਂ ਚੀਜ਼ਾਂ ਨੂੰ ਮੰਨਦਾ ਜੋ ਦੇਖ ਨਹੀਂ ਸਕਦਾ, ਉਹਨਾਂ ਚੀਜ਼ਾਂ ਯਕੀਨ ਕਰਦਾ ਜੋ ਸੁਣ ਨਹੀਂ ਸਕਦਾ, ਉਹਨਾਂ ਚੀਜ਼ਾਂ ਯਕੀਨ ਕਰਦਾ ਜਿਹਨੂੰ ਉਹ ਹੱਥ ਲਾ ਨਹੀਂ ਸਕਦਾ। ਪਰ ਜਿਹੜਾ ਸਰੀਰਕ ਆਦਮੀ ਆ ਉਹ ਕਹੋਗੇ ਤੁਸੀਂ ਬੇਵਕੂਫ ਆ, ਕਿਉਂਕਿ ਸਰੀਰਕ ਆਦਮੀ ਉਹ ਚੀਜ਼ਾਂ ਮੰਨੂ ਜੋ ਉਹਦੀਆਂ ਅੱਖਾਂ ਦੇਖਦੀ, ਉਹ ਚੀਜ਼ਾਂ ਮੰਨੂ ਜੋ ਉਹਦੇ ਕੰਨ ਸੁਣਦੇ ਆ, ਉਹਨਾਂ ਚੀਜ਼ਾਂ ਨੂੰ ਮੰਨੂ ਜੋ ਸੁੰਘ ਸਕਦਾ, ਉਹ ਚੀਜ਼ਾਂ ਨੂੰ ਮੰਨੂ ਜਿਹਨੂੰ ਉਹ ਛੂ ਸਕਦਾ। ਪਰ ਜਿਹੜਾ ਰੱਬ ਦਾ ਬੰਦਾ, ਜਿਹੜਾ ਆਤਮਿਕ ਬੰਦਾ, ਉਹ ਉਹਨਾਂ ਚੀਜ਼ਾਂ ਨੂੰ ਮੰਨਦਾ ਜਿਹਨੂੰ ਉਹ ਦੇਖ ਨਹੀਂ ਸਕਦਾ, ਉਹਨਾਂ ਚੀਜ਼ਾਂ ਨੂੰ ਮੰਨਦਾ ਜਿਹਨੂੰ ਉਹ ਛੂ ਨਹੀਂ ਸਕਦਾ, ਉਹਨਾਂ ਚੀਜ਼ਾਂ ਨੂੰ ਮੰਨਦਾ ਜਿਨ੍ਹਾਂ ਦੀ ਆਵਾਜ਼ ਉਹ ਸੁਣ ਨਹੀਂ ਸਕਦਾ। ਸੰਤ ਜੀ ਕਹਿੰਦੇ ਪਰ ਪਰਮੇਸ਼ਵਰ ਦੀ ਆਤਮਾ ਉਹ ਜ਼ਾਹਰ ਕਰਦੀ ਕਿ ਰੱਬ ਨੇ ਜੋ ਪਦਾਰਥ ਸਾਨੂੰ ਦਿੱਤੇ ਆ, ਅਸੀਂ ਇਹਨਾਂ ਗੱਲਾਂ ਨਾਲ ਮਾਨਸ ਗਿਆਨ ਦੀਆਂ ਦਸੀਆਂ ਹੋਈਆਂ ਸ਼ਬਦਾਂ ਨਾਲ ਨਹੀਂ, ਆਤਮਾ ਦੀਆਂ ਦਸੀਆਂ ਹੋਇਆ ਸ਼ਬਦਾਂ ਨਾਲ। ਆਤਮਿਕ ਗੱਲਾਂ ਆਦਮਿਕ ਮਨੁੱਖ ਨੂੰ ਦੱਸਦੇ ਆ। ਇਨਸਾਨ ਜਿਹੜਾ ਸਰੀਰਕ ਆ ਜਾਂ ਮਾਨਸ ਰੂਪੀ ਇਨਸਾਨ ਆ, ਉਹ ਰੱਬ ਦੀਆਂ ਗੱਲਾਂ ਸਮਝ ਨਹੀਂ ਸਕਦਾ ਕਿਉਂਕਿ ਉਹ ਸਰੀਰਕ ਆ। ਰੱਬ ਦੀਆਂ ਗੱਲਾਂ ਆਤਮਿਕ ਆ। ਨਿਕੋਡੀਮਸ ਪੜ੍ਹਿਆ ਲਿਖਿਆ ਆਦਮੀ, ਯਹੂਦੀਆਂ ਦਾ ਸਰਦਾਰ, ਉਹਨਾਂ ਦਾ ਆਗੂ, ਜੀਸਸ ਕੋਲ ਰਾਤ ਨੂੰ ਆਉਂਦਾ ਅਤੇ ਕਹਿੰਦਾ ਗੁਰੂ ਜੀ ਮੈਂ ਜਾਣਦਾ ਕਿ ਤੁਸੀਂ ਪਰਮੇਸ਼ਵਰ ਵੱਲੋਂ ਭੇਜੇ ਗਏ, ਕਿਉਂਕਿ ਜੋ ਤੁਸੀਂ ਕੰਮ ਕਰਦੇ ਕੋਈ ਕਰ ਨਹੀਂ ਸਕਦਾ ਜਦ ਤੱਕ ਰੱਬ ਉਹਦੇ ਨਾਲ ਨਾ ਹੋਵੇ। ਤਾਂ ਜੀਸਸ ਨੇ ਕਿਹਾ ਨਿਕੋਡੀਮਸ ਧਾਰਮਿਕ ਆਦਮੀ ਸੀ, ਨਿਕੋਡੀਮਸ ਯਹੂਦੀਆਂ ਦਾ ਸਰਦਾਰ ਸੀ, ਪੜ੍ਹਿਆ ਲਿਖਿਆ ਗੁਣੀ ਗਿਆਨੀ। ਅਤੇ ਜੀਸਸ ਨਿਕੋਡੀਮਸ ਕਹਿੰਦਾ ਨਿਕੋਡੀਮਸ ਜਦ ਤੱਕ ਆਦਮੀ ਦੁਬਾਰਾ ਜਨਮ ਨਹੀਂ ਲੈਂਦਾ ਉਹ ਪਰਮੇਸ਼ਵਰ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਅਸੀਂ ਜਾਣਦੇ ਕਿ ਨਿਕੋਡੀਮਸ ਸਮਝ ਨਹੀਂ ਸਕਿਆ ਜੀਸਸ ਕੀ ਕਹਿ ਰਿਹਾ ਹੈ, ਕਾਹਦੇ ਲਈ, ਕਿਉਂਕਿ ਚਾਹੇ ਉਹ ਯਹੂਦੀਆਂ ਦਾ ਲੀਡਰ, ਧਾਰਮਿਕ ਆਦਮੀ, ਧਰਮ ਨੂੰ ਮੰਨਣ ਵਾਲਾ, ਲੋਕਾਂ ਨੂੰ ਰੱਬ ਬਾਰੇ ਦੱਸਣ ਵਾਲਾ, ਇਹਨਾਂ ਚੀਜ਼ਾਂ ਦੇ ਬਾਵਜੂਦ ਉਹਦਾ ਜਿਹੜਾ ਦਿਮਾਗ ਸੀ ਉਹ ਸਰੀਰਕ ਸੀ, ਕਿਉਂਕਿ ਉਹਦੇ ਅੰਦਰ ਰੱਬ ਦੀ ਆਤਮਾ ਨਹੀਂ ਸੀ। ਉਹ ਸਮਝ ਨਾ ਸਕਦਾ ਰੱਬ ਨੂੰ, ਸਿਰਫ ਸਰੀਰਕ ਚੀਜ਼ਾਂ ਸਮਝ ਸਕਦਾ। ਕਹਿੰਦਾ ਕਿੱਦਾਂ ਹੋ ਸਕਦੀ, ਜੀਸਸ ਨੂੰ ਕਹਿੰਦਾ ਮੈਂ ਕਿੱਦਾਂ ਬੁੜਾ ਹੋ ਕੇ ਆਪਣੀ ਮਾਂ ਦੇ ਪੇਟ ਵਿੱਚ ਗਰਭ 'ਚ ਜਾ ਸਕਦਾ। ਤਾਂ ਜੀਸਸ ਹੈਰਾਨ ਹੋਇਆ ਕਿ ਤੂੰ ਯਹੂਦੀਆਂ ਦਾ ਲੀਡਰ, ਗਿਆਨੀ ਬੰਦਾ, ਤੂੰ ਸਮਝ ਨਹੀਂ ਸਕਦਾ ਕਿ ਮੈਂ ਕੀ ਕਹਿਣਾ ਹੈ। ਸੋ ਇਸ ਕਰਕੇ ਸੰਤ ਜੀ ਕਹਿੰਦੇ ਕਿ ਜਿਹੜਾ ਮਾਨਸ ਇਨਸਾਨੀ ਗਿਆਨ ਆ ਉਹ ਆਤਮਿਕ ਗਿਆਨ ਨੂੰ ਸਮਝ ਨਹੀਂ ਸਕਦਾ। ਆਤਮਿਕ ਗਿਆਨ ਉਹੀ ਸਮਝਦਾ ਜਿਹੜਾ ਖੁਦ ਆਤਮਿਕ ਆਦਮੀ ਹੋਵੇ, ਰੱਬ ਦੇ ਵਿੱਚ ਹੋਵੇ, ਉਹ ਰੱਬ ਦੀ ਡੁਗਿਆਈ ਨੂੰ ਸਮਝ ਸਕੂਗਾ।
ਆਤਮਿਕ ਗੱਲਾਂ ਆਤਮਿਕ ਬੰਦਾ ਸਮਝਦਾ, ਪਰ ਪ੍ਰਾਣਿਕ ਮਨੁੱਖ, ਪ੍ਰਾਣਿਕ ਹੁੰਦਾ ਇਨਸਾਨ ਜੋ ਆਮ ਆ, ਪ੍ਰਾਣਿਕ ਮਨੁੱਖ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਉਹਦੇ ਲਈ ਮੰਨਣੀ ਔਖੀ ਆ। ਇਸ ਕਰਕੇ ਨਿਕੋਡੀਮਸ ਲਈ ਮੰਨਣਾ ਔਖਾ ਸੀ ਕਿ ਦੁਬਾਰਾ ਜਨਮ ਕਿੱਦਾਂ ਮਿਲ ਸਕਦਾ, ਕਿਉਂਕਿ ਉਹ ਆਤਮਿਕ ਨਹੀਂ ਸੀ, ਉਹ ਪ੍ਰਾਣਿਕ ਇਨਸਾਨ ਸੀ। ਰੱਬ ਨੂੰ ਮੰਨਦਾ ਸੀ ਪਰ ਹਜੇ ਉਹ ਸਰੀਰਕ ਸੀ, ਕਿਉਂਕਿ ਉਹਦੇ ਅੰਦਰ ਰੱਬ ਦੀ ਆਤਮਾ ਨਹੀਂ ਸੀ। ਉਹਦੀ ਸਮਝ ਇਨਸਾਨੀ ਸੀ, ਰੱਬੀ ਸਮਝ ਨਹੀਂ ਸੀ। ਇਸ ਕਰਕੇ ਉਹ ਪਰਮੇਸ਼ਵਰ ਜੀਸਸ ਦੀਆਂ ਗੱਲਾਂ ਸਮਝ ਨਹੀਂ ਸਕਿਆ। ਸੰਤ ਜੀ ਸਾਹਿਬ ਕਹਿੰਦੇ ਪ੍ਰਾਣਿਕ ਮਨੁੱਖ, ਆਮ ਆਦਮੀ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ, ਉਹਦੇ ਲਈ ਮੰਨਣਾ ਔਖਾ। ਕਿੱਦਾਂ ਹੋ ਸਕਦੀ ਹੈ? ਤੁਸੀਂ ਲੋਕਾਂ ਨੂੰ ਦੱਸੋ ਜੀਸਸ ਬਾਰੇ ਮਰ ਕੇ ਉਹ ਕਿੱਦਾਂ ਹੋ ਸਕਦਾ? ਕੁਆਰੀ ਦੇ ਪੇਟੋਂ ਪੈਦਾ ਹੋਇਆ ਕਿੱਦਾਂ ਹੋ ਸਕਦਾ? ਕਾਹਦੇ ਲਈ? ਕਿਉਂਕਿ ਉਹ ਪ੍ਰਾਣੀ ਇਨਸਾਨ ਹੈ, ਉਹਨਾਂ ਦਾ ਦਿਮਾਗ ਜਿਹੜਾ ਉਹ ਸਰੀਰਕ ਆ। ਆਤਮਿਕ ਗੱਲਾਂ ਉਹਨਾਂ ਲਈ ਸਮਝਣੀਆਂ ਬਹੁਤ ਔਖੀਆਂ ਆ। ਉਹੀ ਸਮਝ ਸਕਦੇ ਜੋ ਦੇਖਦੇ ਆ, ਸੁਣਦੇ ਆ, ਹੱਥ ਲਾਉਂਦੇ ਆ, ਸੁਣਦੇ ਆ, ਬਸ। ਸੰਤ ਜੀ ਕਹਿੰਦੇ ਪਰ ਪ੍ਰਾਣਿਕ ਮਨੁੱਖ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ। ਕਿਉਂ ਨਹੀਂ? ਕਿਉਂ ਜੋ ਉਹਦੇ ਲੇਖੇ ਮੂਰਖਤਾ ਹੀ ਆ। ਨਿਕੋਡੀਮਸ ਕਹਿੰਦੇ ਤਾਂ ਮੂਰਖਤਾ ਹੀ ਆ, ਬੇਵਕੂਫੀਆਂ ਵੀ ਕਿੱਦਾਂ ਹੋ ਸਕਦੀ ਕਿ ਮੈਂ ਬੁੜਾ ਹੋ ਕੇ ਕਹਿੰਦਾ ਮੈਂ ਕਿੱਦਾਂ ਆਪਣੇ ਮਾਂ ਦੇ ਗਰਭ 'ਚ ਜਾ ਸਕਦਾ। ਜੀਸਸ ਦੀਆਂ ਗੱਲਾਂ ਉਹਦੇ ਲਈ ਮੂਰਖਤਾ ਹੀ ਸੀ। ਜਿੱਦਾਂ ਸੰਤ ਜੀ ਨੇ ਪਿੱਛੇ ਦੱਸਿਆ ਕਿ ਜੀਸਸ ਦਾ ਸਲੀਬ ਜਿਹੜੇ ਯੂਨਾਨੀ ਆ, ਗ੍ਰੀਕ ਆ ਜਾਂ ਰੋਮ ਆ, ਉਹਨਾਂ ਲਈ ਮੂਰਖਤਾ ਦੀ ਗੱਲ ਆ ਕਿ ਇੱਕ ਆਦਮੀ ਸਲੀਬੀ ਮੌਤੇ ਮਰ ਤੋਂ ਕਿੱਦਾਂ ਬਚਾ ਸਕਦਾ। ਉਹਨਾਂ ਲਈ ਮੂਰਖਤਾ ਕਿਉਂ ਆ? ਕਿਉਂਕਿ ਉਹ ਆਤਮਿਕ ਗੱਲਾਂ ਨੂੰ ਸਮਝ ਨਹੀਂ ਸਕਦੇ। ਕਿਉਂ? ਜੋ ਉਹਦੇ ਲੇਖੇ ਮੂਰਖਤਾ ਹੀ ਹਨ, ਉਹ ਉਹਨਾਂ ਨੂੰ ਜਾਣ ਨਹੀਂ ਸਕਦਾ। ਇਸ ਲਈ ਜੋ ਆਤਮਿਕ ਰੀਤ ਨਾਲ ਉਹਨਾਂ ਦੀ ਜਾਂਚ ਕੀਤੀ ਜਾਂਦੀ ਆ ਆਤਮਾ ਦੇ ਨਾਲ। ਸੋ ਇੱਥੇ ਜਾਣੀ ਕਿ ਸੰਤ ਜੀ ਦੱਸਦੇ ਆ ਕਿ ਸਾਡਾ ਯਕੀਨ ਰੱਬ ਦੀ ਆਤਮਾ 'ਚ, ਉਹਦੀ ਆਤਮਾ ਸਾਡੇ ਅੰਦਰ, ਉਹਦੀ ਆਤਮਾ ਜੋ ਕਿ ਰੱਬ ਦਾ ਖੁਦ ਦਿਮਾਗ ਆ, ਕਿ ਸਾਡੇ ਅੰਦਰ ਰੱਬ ਦਾ ਦਿਮਾਗ ਆ। ਅਸੀਂ ਜਾਣ ਸਕਦੇ ਉਹਦੀ ਮਰਜ਼ੀ ਕੀ ਆ, ਰੱਬ ਸਾਡੇ ਤੋਂ ਕੀ ਚਾਹੁੰਦਾ, ਉਹਦੀ ਸਾਡੇ ਲਈ ਕੀ ਤਮੰਨਾ, ਪਰਮੇਸ਼ਵਰ ਕੀ ਚਾਹੁੰਦਾ ਕਿ ਅਸੀਂ ਉਹਦੇ ਲਈ ਕਰੀਏ। ਇਹ ਸਾਰੀ ਸਮਝ ਸਾਡੇ ਅੰਦਰ ਆ, ਕਿਉਂਕਿ ਉਹਦੀ ਆਤਮਾ ਜੋ ਕਿ ਰੱਬ ਦੀ ਬੁੱਧੀ ਆ ਲੈ ਲਓ ਜਾਂ ਰੱਬ ਦਾ ਦਿਮਾਗ ਲੈ ਲਓ, ਉਹ ਸਾਨੂੰ ਦਿੱਤਾ ਗਿਆ ਸਮਝਣ ਦੇ ਲਈ। ਆਮ ਲੋਕੀ ਉਹ ਜਾਣ ਨਹੀਂ ਸਕਣਗੇ। ਉਹਨਾਂ ਨੂੰ ਸਮਝਾਓ, ਉਹ ਹੱਸਣਗੇ। ਤਾਂ ਬੇਵਕੂਫੀ ਦੀ ਗੱਲ ਆ, ਇਹ ਤਾਂ ਮੂਰਖਤਾ ਦੀ ਗੱਲ ਆ। ਉਹਨਾਂ ਲਈ ਮੂਰਖਤਾ ਹੀ ਆ, ਪਰ ਸਾਡੇ ਲਈ ਮੁਕਤੀ ਆ। ਅਸੀਂ ਜਿਹੜੇ ਜੀਸਸ ਮੰਨਦੇ, ਉਹਦੀਆਂ ਗੱਲਾਂ ਲੋਕੀ ਚਾਹੇ ਹੱਸਣ ਕਿ ਬੇਵਕੂਫੀ ਆ, ਪਰ ਸਾਡੇ ਲਈ ਬੇਵਕੂਫੀ ਨਹੀਂ, ਮੂਰਖਤਾ ਹੀ ਨਹੀਂ। ਸਾਡੇ ਲਈ ਜੀਸਸ ਦਾ ਪ੍ਰਚਾਰ ਸ਼ਕਤੀ ਆ, ਸਾਡੇ ਲਈ ਜੀਸਸ ਦਾ ਪ੍ਰਚਾਰ ਮੁਕਤੀ ਆ। ਪਰ ਜਿਹੜਾ ਆਤਮਿਕ ਹੈ ਉਹ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ। ਜਿਹੜਾ ਆਤਮਿਕ ਬੰਦਾ ਉਹ ਸਾਰੀਆਂ ਚੀਜ਼ਾਂ ਦਾ ਨਿਆਂ ਕਰ ਸਕਦਾ, ਜਾਂਚ ਕਰਕੇ। ਉਹਦੇ ਅੰਦਰ ਪਰਮੇਸ਼ਵਰ ਦਾ ਦਿਮਾਗ ਹੈ, ਪਰ ਕੋਈ ਉਹਦੀ ਜਾਂਚ ਨਹੀਂ ਕਰ ਸਕਦਾ, ਕਿਉਂਕਿ ਰੱਬ ਨੇ ਉਹਨੂੰ ਬਰੀ ਕੀਤਾ, ਮਾਫ ਕੀਤਾ, ਰੱਬ ਨੇ ਉਹਨੂੰ ਆਪਣੀ ਆਤਮਾ ਦਿੱਤੀ, ਤਾਂ ਕੋਈ ਉਹਦੀ ਜਾਂਚ ਨਹੀਂ ਕਰ ਸਕਦਾ। ਇੱਥੇ ਅਸੀਂ ਪੜ੍ਹਦੇ ਕਿ ਸੰਤ ਜੀ ਅਤੇ ਗਾਹਾਂ ਦੇ ਅਧਿਆਏ ਵਿੱਚ ਦੱਸਦੇ ਕਿ ਤਿੰਨ ਤਰ੍ਹਾਂ ਦੇ ਲੋਕ ਆ, ਪ੍ਰਾਣਿਕ ਇਨਸਾਨ, ਆਤਮਿਕ ਇਨਸਾਨ ਤੇ ਸਰੀਰਕ ਇਨਸਾਨ। ਕਿ ਤਿੰਨ ਦਰਜੇ ਦੇ ਵਿੱਚ ਲੋਕ ਵੰਡੇ ਗਏ ਆ। ਪ੍ਰਾਣਿਕ ਇਨਸਾਨ ਜਿਹੜਾ ਕਿ ਆਮ ਆਦਮੀ ਹੈ, ਉਹਦੇ ਵਿੱਚ ਪਰਮੇਸ਼ਵਰ ਦੀ ਆਤਮਾ ਨਹੀਂ ਆ, ਉਹ ਹਨੇਰੇ ਵਿੱਚ ਆ, ਕਿਉਂਕਿ ਇਸ ਦੁਨੀਆ ਦੇ ਦੇਵਤੇ ਨੇ ਜਿਹੜਾ ਕਿ ਸ਼ੈਤਾਨ ਆ, ਉਹਨਾਂ ਨੂੰ ਅੰਨੇ ਕੀਤਾ ਆ। ਉਹ ਭੁਲੇਖਿਆਂ ਦੇ ਵਿੱਚ ਆ, ਉਹਨਾਂ ਲਈ ਝੂਠ ਸੱਚ ਆ ਅਤੇ ਸੱਚ ਝੂਠ ਹੈ। ਉਹ ਹਨੇਰਿਆਂ ਵਿੱਚ ਬੈਠੇ ਆ, ਉਹ ਹੈ ਪ੍ਰਾਣਿਕ ਇਨਸਾਨ। ਜਾਂ ਮੈਂ ਕਹੂੰਗਾ ਸਰੀਰਕ ਇਨਸਾਨ ਜਾਂ ਇਨਸਾਨੀ ਇਨਸਾਨ। ਸੰਤ ਜੀ ਲੋਕਾਂ ਨੂੰ ਤਿੰਨ ਦਰਜੇ 'ਚ ਵੰਡਦੇ ਆ। ਪ੍ਰਾਣਿਕ ਇਨਸਾਨ ਜਿਹਨੂੰ ਸ਼ੈਤਾਨ ਨੇ ਅੰਨਾ ਕੀਤਾ, ਆਮ ਆਦਮੀ ਜੋ ਪਰਮੇਸ਼ਵਰ ਦੀ ਸਮਝ ਤੋਂ ਬਾਹਰ ਆ, ਜਿਹਦੇ ਵਿੱਚ ਪਰਮੇਸ਼ਵਰ ਦੀ ਆਤਮਾ ਨਹੀਂ। ਫਿਰ ਹੈਗਾ ਆਤਮਿਕ ਇਨਸਾਨ
ਆਤਮਿਕ ਇਨਸਾਨ ਉਹ ਜਿਹਦੇ ਵਿੱਚ ਜੀਸਸ ਦੀ ਆਤਮਾ ਆ। ਆਤਮਿਕ ਇਨਸਾਨ ਉਹ ਜੇ ਨਵਾਂ ਜਨਮ ਲਿਆ ਆ। ਆਤਮਿਕ ਇਨਸਾਨ ਉਹ ਜਿਹੜਾ ਪਰਮੇਸ਼ਵਰ ਦੀ ਆਤਮਾ ਦੀਆਂ ਚੀਜ਼ਾਂ ਨੂੰ ਜਾਣ ਤੇ ਸਮਝ ਸਕਦਾ। ਗਾਹਾਂ ਦੇ ਅਧਿਆਇ ਚ ਸੰਤ ਜੀ ਸਾਨੂੰ ਦੱਸਣਗੇ ਤੀਸਰੇ ਦਰਜੇ ਜਾਂ ਤੀਸਰੇ ਤਰ੍ਹਾਂ ਦਾ ਜੋ ਇਨਸਾਨ ਆ ਉਹ ਹੈ ਸਰੀਰਕ ਇਨਸਾਨ। ਇਹ ਸਰੀਰਕ ਇਨਸਾਨ ਕੌਣ ਆ? ਉਹ ਹੈ ਉਹ ਲੋਕੀ ਜੋ ਜੀਸਸ ਨੂੰ ਮੰਨਦੇ ਆ ਪਰ ਹਜੇ ਨਿਆਣੇ ਆ, ਰੱਬ ਦੇ ਵਿੱਚੋਂ ਵਧੇ ਨਹੀਂ ਆ। ਉਹਨਾਂ ਨੂੰ ਮੰਨਦੇ ਨੂੰ ਕਈ ਸਾਲ ਹੋ ਗਏ, ਬਲਕਿ ਆਤਮਿਕ ਤੌਰ ਤੇ ਉੱਥੇ ਹੀ ਆ। ਉਹ ਹੈਗੇ ਸਰੀਰਕ ਮੰਨਦੇ ਜੀਸਸ ਨੂੰ, ਉਹਨਾਂ ਵਿੱਚ ਥੋੜੀ ਜਿਹੀ ਸਿੱਖਿਆ ਵੀ ਆ ਰੱਬ ਦੀ, ਪਰ ਆਪ ਪਰਮੇਸ਼ਵਰ ਦੀ ਮਰਜ਼ੀ ਮੁਤਾਬਿਕ ਨਹੀਂ ਚੱਲਦੇ, ਬਲਕਿ ਆਪਣੇ ਸਰੀਰ ਦੀ ਮਰਜ਼ੀ ਮੁਤਾਬਿਕ ਸਰੀਰ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਦੇ ਆ। ਸੋ ਸੰਤ ਜੀ ਕਹਿੰਦਾ ਤਿੰਨ ਤਰ੍ਹਾਂ ਦੇ ਲੋਕ ਆ, ਪ੍ਰਾਣਿਕ ਇਨਸਾਨ, ਆਤਮਿਕ ਇਨਸਾਨ ਤੇ ਸਰੀਰਕ ਇਨਸਾਨ। ਤਾਂ ਅਸੀਂ ਦੇਖਣਾ ਕਿਸੇ ਤਿੰਨਾਂ ਚੋਂ ਕਿਹੜੇ ਦਰਜੇ 'ਚ ਆ। ਕਿਆ ਮੈਂ ਪ੍ਰਾਣਿਕ ਇਨਸਾਨ ਆ? ਕਿਆ ਮੈਂ ਆਤਮਿਕ ਇਨਸਾਨ ਆ? ਕਿਆ ਮੈਂ ਸਰੀਰਕ ਇਨਸਾਨ ਆ ਜਿਹੜਾ ਸਰੀਰ ਦੀ ਮਰਜ਼ੀ ਖਾਹਿਸ਼ਾਂ ਮਗਰ ਜਾਂਦਾ ਪਰ ਮੰਨਦਾ ਜੀਸਸ ਨੂੰ? ਹਜੇ ਜੀਸਸ 'ਚ ਉਹ ਨਿਆਣਾ ਆ। ਬੱਚਾ ਦੀ 10 20 15 30 ਸਾਲ ਵੀ ਹੋ ਗਏ, ਉਹ ਹਜੇ ਵੀ ਨਿਆਣਾ ਆ। ਉਹ ਰੱਬ ਦੇ ਵਿੱਚ ਵਧੇ ਨਹੀਂ, ਉਹਦੇ ਗਿਆਨ 'ਚ ਉਹ ਵਧੇ ਨਹੀਂ। ਉਹ ਉੱਥੇ ਦੇ ਉੱਥੇ ਹੀ ਆ ਜਿੱਥੇ ਪਹਿਲਾਂ ਸੀਗੇ। ਸੋ ਸੰਤ ਜੀ ਤਿੰਨ ਤਰ੍ਹਾਂ ਦੇ ਲੋਕ ਇਸ ਅਗਲੇ ਅਧਿਆਇ ਵਿੱਚ ਦੱਸਦੇ ਆ, ਪ੍ਰਾਣਿਕ, ਆਤਮਿਕ ਤੇ ਸਰੀਰਕ। 15ਵੀਂ ਐਤ ਪਰ ਜਿਹੜਾ ਆਤਮਿਕ ਹੈ ਉਹ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ, ਆਪ ਕਿਸੇ ਤੋਂ ਜਾਚਿਆ ਨਹੀਂ ਜਾਂਦਾ। ਕਿਉਂ ਜੋ ਪ੍ਰਭੂ ਦੀ ਬੁੱਧ ਨੂੰ ਕਿਨ ਜਾਣਿਆ ਹੈ, ਕੌਣ ਰੱਬ ਦੇ ਦਿਮਾਗ ਨੂੰ ਜਾਣਦਾ? ਭਈ ਉਹਨੂੰ ਸਮਝਾਵੇ। ਜਦ ਤੁਸੀਂ ਰੱਬ ਦੇ ਦਿਮਾਗ ਨੂੰ ਜਾਣਦੇ, ਕੌਣ ਉਹਨੂੰ ਸਮਝਾ ਸਕਦਾ ਕਿ ਰੱਬ ਦੇ ਦਿਮਾਗ 'ਚ ਕੀ ਹੈ? ਪਰ ਮਸੀਹ ਦੀ ਬੁੱਧ ਸਾਡੇ ਵਿੱਚ ਆ। ਸੰਤ ਕੀ ਕਹਿੰਦੇ? ਰੱਬ ਨੇ ਆਪਣਾ ਦਿਮਾਗ ਸਾਨੂੰ ਦਿੱਤਾ, ਉਹਦੀ ਜਿਹੜੀ ਬੁੱਧੀ ਆ, ਕਿਉਂਕਿ ਉਹਦੀ ਆਤਮਾ ਉਹਦਾ ਦਿਮਾਗ ਹੈ। ਜਦੋਂ ਉਹਦੀ ਆਤਮਾ ਹੁੰਦੀ ਆ ਅਸੀਂ ਰੱਬ ਨੂੰ ਸਮਝ ਸਕਦੇ ਹਾਂ, ਅਸੀਂ ਉਹਦੇ ਦੁੱਖ ਨੂੰ ਮਹਿਸੂਸ ਕਰ ਸਕਦੇ ਹਾਂ, ਅਸੀਂ ਉਹਦੀ ਖੁਸ਼ੀ ਨੂੰ ਵੀ ਮਹਿਸੂਸ ਕਰ ਸਕਦੇ, ਕਿਉਂਕਿ ਉਹਦੀ ਆਤਮਾ ਸਾਡੇ ਅੰਦਰ ਆ। ਜਿਸ ਤਰ੍ਹਾਂ ਬੱਚਾ ਮਾਂ ਦੇ ਗਰਭ ਵਿੱਚ ਹੁੰਦਾ, ਜਦੋਂ ਬੱਚਾ ਲੱਤ ਮਾਰਦਾ ਫਿਰਦਾ ਹਿਲਦਾ ਮਾਂ ਨੂੰ ਪਤਾ ਲੱਗ ਜਾਂਦਾ। ਉਸੇ ਤਰ੍ਹਾਂ ਪਰਮੇਸ਼ਵਰ ਦੀ ਆਤਮਾ ਆ। ਜਦੋਂ ਰੱਬ ਦੀ ਆਤਮਾ ਆਉਂਦੀ ਆ ਅਸੀਂ ਮਹਿਸੂਸ ਕਰ ਸਕਦੇ ਕਿ ਰੱਬ ਕੀ ਮਹਿਸੂਸ ਕਰ ਰਿਹਾ, ਉਹਦੀ ਮਰਜ਼ੀ ਮੇਰੇ ਲਈ ਕੀ ਆ, ਉਹ ਕੀ ਚਾਹੁੰਦਾ ਕਿ ਮੈਂ ਕਰਾਂ, ਰੱਬ ਮੈਨੂੰ ਕਿਸ ਰਾਹ ਤੇ ਲਿਜਾ ਰਿਹਾ ਹੈ। ਕਿਉਂਕਿ ਉਹ ਸਮਝ ਸਾਡੇ ਵਿੱਚ ਆ। ਕੀ ਕਹਿੰਦਾ? ਪਰ ਮਸੀਹ ਦੀ ਬੁੱਧ ਸਾਡੇ ਵਿੱਚ ਆ, ਕਿ ਪਰਮੇਸ਼ਵਰ ਦੀ ਜੋ ਆਤਮਾ ਆ ਉਹ ਸਾਡੇ ਅੰਦਰ ਆ, ਤੇ ਆਤਮਾ ਪਰਮੇਸ਼ਵਰ ਦੀ ਬੁੱਧ ਹੈ। ਇਸਰਾਏਲ ਦੇ ਪਰਮੇਸ਼ਵਰ ਪ੍ਰਭੂ ਪਰਮਾਤਮਾ ਧੰਨਵਾਦ ਕਰਦੇ ਤੁਹਾਡੇ ਬਚਨਾਂ ਦਾ। ਪ੍ਰਭੂ ਜੋ ਬਚਨ ਅਸੀਂ ਸੁਣੇ, ਧੰਨਵਾਦ ਕਰਦੇ ਉਸ ਗਿਆਨ ਤੇ ਸਮਝ ਦਾ ਜੋ ਪਵਿੱਤਰ ਆਤਮਾ ਨੇ ਸਾਨੂੰ ਦਿੱਤੀ। ਸਾਡਾ ਵਿਸ਼ਵਾਸ ਇਨਸਾਨੀ ਗਿਆਨਾਂ ਵਿੱਚ ਨਹੀਂ, ਬਲਕਿ ਪਰਮੇਸ਼ਵਰ ਦੀ ਆਤਮਾ ਵਿੱਚ, ਪਰਮੇਸ਼ਵਰ ਦੀ ਸਮਰੱਥਾ ਵਿੱਚ, ਪਰਮੇਸ਼ਵਰ ਦੀ ਤਾਕਤ ਦੇ ਵਿੱਚ ਹੈ। ਜੀਸਸ ਇਜ਼ਰਾਈਲ ਦੇ ਪਰਮੇਸ਼ਵਰ, ਇਹ ਪ੍ਰਭੂ ਪਰਮਾਤਮਾ ਤੁਹਾਡੀ ਪਵਿੱਤਰ ਆਤਮਾ ਸਾਰਿਆਂ ਨੂੰ ਆਸ਼ੀਰਵਾਦ ਦੇਵੇ, ਕਿ ਜਿਸ ਤਰ੍ਹਾਂ ਅਸੀਂ ਤੁਹਾਡੀ ਹਾਜ਼ਰੀ ਵਿੱਚ ਖੜੇ ਜੀਸਸ ਨਾਮ ਦੁਆਰਾ, ਪ੍ਰਭੂ ਆਪਣਾ ਹੱਥ ਐਸੀ ਵੇਲੇ ਕੱਲੇ ਕੱਲੇ ਉੱਤੇ ਰੱਖ। हे ਪਰਮੇਸ਼ਵਰ, ਉਹਨਾਂ ਨੂੰ ਛੂ ਜਿਨ੍ਹਾਂ ਨੂੰ ਸ਼ੈਤਾਨ ਤੰਗ ਕਰਦਾ, ਉਹਨਾਂ ਤੋਂ ਸ਼ੈਤਾਨਾਂ ਨੂੰ ਦਬਕਾ ਦੇ ਜੀਸਸ। ਜਿਨ੍ਹਾਂ ਦੀਆਂ ਬਿਮਾਰੀਆਂ ਦੁੱਖ ਰੋਗ ਆ, ਉਹਨਾਂ ਦੀ ਬਿਮਾਰੀਆਂ ਦੁੱਖ ਰੋਗਾਂ ਨੂੰ ਦੂਰ ਕਰ। ਜਿਨ੍ਹਾਂ ਦੇ ਘਰਾਂ ਵਿੱਚ ਲੜਾਈ ਝਗੜੇ ਆ, ਉੱਥੇ ਸ਼ਾਂਤੀ ਲੈ ਕੇ ਆ। हे ਪਰਮੇਸ਼ਵਰ, ਜਿਨ੍ਹਾਂ ਦੇ ਬੱਚੇ ਗੁਰਾਹੇ ਜਾ ਰਹੇ, ਉਹਨਾਂ ਦੇ ਬੱਚਿਆਂ ਨੂੰ ਆਪਣੇ ਰਾਹ ਦੇ ਵਿੱਚ ਲੈ ਕੇ ਆ। हे ਪ੍ਰਭੂ, ਅਸੀਂ ਸਾਰੇ ਆਪਣੇ ਬੱਚਿਆਂ ਲਈ ਪ੍ਰਾਰਥਨਾ ਕਰਦੇ ਕਿ ਉਹਨਾਂ ਨੂੰ ਇਸ ਪਾਪੀ ਦੁਨੀਆ ਤੋਂ ਬਚਾ ਕੇ ਰੱਖਣਾ, ਹਰੇਕ ਖਤਰਿਆਂ ਤੋਂ
ਪਿਤਾ ਉਹਨਾਂ ਨੂੰ ਬਚਾ ਕੇ ਰੱਖਣਾ, ਕਿ ਸਾਡੇ ਬੱਚੇ ਨਸ਼ਿਆਂ ਵਿੱਚ ਨਾ ਫਸਣ, ਨਾ ਦੁਨੀਆ ਦੀ ਬੁਰਾਈ ਵਿੱਚ ਫਸਣ। ਪ੍ਰਭੂ ਉਹਨਾਂ ਦੀ ਰੱਖਿਆ ਕਰੀ। हे ਪ੍ਰਭੂ ਪਰਮੇਸ਼ਵਰ, ਸਾਡੇ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਲੈ ਕੇ ਆ। ਸਾਡੇ ਟੱਬਰ ਦੇ ਵਿੱਚ ਸ਼ਾਂਤੀ ਦੇ, ਸਾਡੇ ਘਰਾਂ ਤੋਂ ਲੜਾਈ ਝਗੜੇ ਨੂੰ ਦੂਰ ਕਰ, ਸ਼ਾਂਤੀ ਲੈ ਕੇ ਆ। ਜੋ ਸ਼ੈਤਾਨ ਹਮਲੇ ਕਰਦਾ, ਤੂਫਾਨ ਲਿਆਂਦਾ, ਪਿਤਾ ਉਹਦੇ ਤੂਫਾਨਾਂ ਨੂੰ ਦਬਕਾ ਦੇ। ਜੀਸਸ ਉਹਦੇ ਤੂਫਾਨਾਂ ਨੂੰ ਰੋਕ, ਜੀਸਸ ਨਾਮ ਦੁਆਰਾ। ਜੀਸਸ ਆਪਣੇ ਨਾਮ ਦੁਆਰਾ ਪ੍ਰਭੂ ਆਪਣੇ ਲੋਕਾਂ ਦੀ ਰੱਖਿਆ ਕਰ। ਆਉਣ ਵਾਲਾ ਹਫਤਾ ਤੁਹਾਡੇ ਹੱਥਾਂ ਵਿੱਚ ਦਿੰਦੇ ਪਿਤਾ, ਕਿ ਆਉਣ ਵਾਲਾ ਹਫਤਾ ਪ੍ਰਭੂ ਪ੍ਰਮਾਤਮਾ ਤੁਹਾਡਾ ਹੱਥ, ਤੁਹਾਡੀ ਆਤਮਾ ਸਾਡੇ ਉੱਤੇ, ਸਾਡੇ ਪਰਿਵਾਰ ਉੱਤੇ ਹੋਵੇ। ਸਾਨੂੰ ਹਰੇਕ ਖਤਰਿਆਂ ਤੋਂ ਬਚਾ ਕੇ ਰੱਖੇ। हे ਪਰਮੇਸ਼ਵਰ, ਜਿਸ ਤਰ੍ਹਾਂ ਅਸੀਂ ਤੁਹਾਡੀ ਪ੍ਰਾਰਥਨਾ ਕਰਦੇ ਜੀਸਸ ਨਾਮ ਦੁਆਰਾ, ਪਿਤਾ ਤੁਹਾਡੀ ਆਤਮਾ ਛੂਏ ਸਾਡੇ ਪਿਤਾ ਜੋ ਸਵਰਗ ਵਿੱਚ ਹੈ। ਤੁਹਾਡਾ ਨਾਮ ਪਵਿੱਤਰ ਬਣਿਆ ਜਾਏ, ਤੁਹਾਡਾ ਰਾਜ ਆਵੇ, ਤੁਹਾਡੇ ਹੁਕਮਾਂ ਤੇ ਚੱਲਿਆ ਜਾਏ, ਜ਼ਮੀਨ ਤੇ ਜਿਸ ਤਰ੍ਹਾਂ ਸਵਰਗ ਵਿੱਚ ਹੈ। ਪਰਮੇਸ਼ਵਰ, ਸਾਨੂੰ ਅੱਜ ਦਾ ਖਾਣਾ ਦਿਓ। ਸਾਡੇ ਪਾਪਾਂ ਨੂੰ ਮਾਫ ਕਰੋ, ਅਸੀਂ ਸਾਰਿਆਂ ਨੂੰ ਮਾਫ ਕਰਦੇ ਪਿਤਾ, ਜਿਨ੍ਹਾਂ ਸਾਡੇ ਖਿਲਾਫ ਪਾਪ ਕੀਤੇ। ਸਾਨੂੰ ਪ੍ਰੀਖਿਆ ਵਿੱਚ ਪੈਣ ਤੋਂ ਬਚਾਓ, ਸਾਨੂੰ ਬੁਰਾਈਆਂ ਤੋਂ ਬਚਾਓ। ਤੁਹਾਡਾ ਹੈ ਰਾਜ, ਮਹਿਮਾ, ਸ਼ਕਤੀ ਸਾਡੇ ਪ੍ਰਭੂ ਜੀਸਸ ਦੇ ਨਾਮ ਦੁਆਰਾ। ਪਿਤਾ ਯਹੋਵਾ, ਉਹਨਾਂ ਦਾ ਬੇਟਾ ਜੀਸਸ, ਪਵਿੱਤਰ ਆਤਮਾ ਦੀ ਸ਼ਕਤੀ, ਸ਼ਾਂਤੀ, ਆਸ਼ੀਰਵਾਦ ਆਵੇ ਜੀਸਸ ਨਾਮ ਦੁਆਰਾ।